हेलो एवरीवन, दिस साइड साहिल ते अज मैं ਤੁਹਾਨੂੰ ਕੈਮੀਕਲ ਕੋਆਰਡੀਨੇਸ਼ਨ ਐਂਡ ਇੰਟੀਗ੍ਰੇਸ਼ਨ ਦਾ ਪਾਰਟ 2 ਪੜਾਉਂਗੀ ਜਿਸ ਵਿੱਚ ਆਪਾਂ ਪਿਟਿਊਟਰੀ ਗਲੈਂਡ ਬਾਰੇ ਪੜਾਂਗੇ ਜਿਸ ਨੂੰ ਮਾਸਟਰ ਗਲੈਂਡ ਵੀ ਕਹਿ ਦਿੰਦੇ ਆ। ਸੋ ਲੈਟਸ ਸਟਾਰਟ। ਆਪਾਂ ਪੜਾਂਗੇ ਪਿਟਿਊਟਰੀ ਗਲੈਂਡ ਬਾਰੇ ਜਿਸ ਨੂੰ ਆਪਾਂ ਮਾਸਟਰ ਗਲੈਂਡ ਵੀ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ? ਮਾਸਟਰ ਗਲੈਂਡ। ਵੈਲ ਪਿਛਲੇ ਵੀਡੀਓ ਦੇ ਵਿੱਚ ਪੜ੍ਹ ਕੇ ਆਏ ਹਾਂ ਵੀ ਕਿਵੇਂ ਪਿਟਿਊਟਰੀ ਗਲੈਂਡ ਕਿਵੇਂ ਹਾਈਪੋਥੈਲਮਸ ਪਿਟਿਊਟਰੀ ਨੂੰ ਕੰਟਰੋਲ ਕਰਦਾ। ਉਹ ਕੀ ਰਿਲੀਜ਼ ਕਰਦਾ? ਉਹ ਆਪਣੀ ਹਾਰਮੋਨਸ ਰਿਲੀਜ਼ ਕਰਦਾ ਜੋ ਦੋ ਟਾਈਪ ਦੇ ਹੁੰਦੇ ਨੇ, ਰਿਲੀਜ਼ਿੰਗ ਟਾਈਪ ਐਂਡ ਇਨਹਿਬਿਟਿੰਗ ਟਾਈਪ। ਠੀਕ ਹੈ, ਉਸ ਦੇ ਨਾਲ ਉਹ ਪਿਟਿਊਟਰੀ ਨੂੰ ਕੀ ਦਿੰਦਾ? ਸਿਗਨਲ ਦਿੰਦਾ ਵੀ ਤੂੰ ਆਹ ਹਾਰਮੋਨ ਭਾਈ ਰਿਲੀਜ਼ ਕਰ, ਅਤੇ ਫਿਰ ਅੱਗੇ ਪਿਟਿਊਟਰੀ ਗਲੈਂਡ ਉਹ ਹਾਰਮੋਨ ਰਿਲੀਜ਼ ਕਰਕੇ ਆਪਣੇ ਫਰਦਰ ਐਂਡੋਕਰਾਈਨ ਸਿਸਟਮ ਨਾਲ ਕੋਆਰਡੀਨੇਟ ਕਰਦਾ, ਉਹਨੂੰ ਇੰਸਟਰਕਟ ਕਰਦਾ ਵੀ ਤੂੰ ਆਹ ਹਾਰਮੋਨ ਰਿਲੀਜ਼ ਕਰ ਅਤੇ ਆਪਣੇ ਫਰਦਰ ਫੰਕਸ਼ਨਸ ਪਰਫੋਰਮ ਹੁੰਦੇ ਨੇ। ਆਲਰਾਈਟ, ਹੁਣ ਦੇਖੋ ਪਿਟਿਊਟਰੀ ਗਲੈਂਡ ਬਾਰੇ ਪੜ੍ਹ ਰਹੇ ਹਾਂ ਆਪਾਂ, ਇਹਨਾਂ ਨੂੰ ਆਪਾਂ ਮਾਸਟਰ ਗਲੈਂਡ ਕਹਿੰਦੇ ਹਾਂ। ਅਤੇ ਇਹਦਾ ਜਿਵੇਂ ਆਪਾਂ ਪੜ੍ਹ ਕੇ ਆਏ ਸੀਗੇ ਵੀ ਜਿਹੜਾ ਆਪਣਾ ਹਾਈਪੋਥੈਲਮਸ ਆ ਉਹ ਵੀ ਐਕਟੋਡਰਮਲ ਓਰੀਜਨਲ ਆ, ਉਹਦਾ ਵੀ ਐਕਟੋਡਰਮ ਓਰੀਜਨ ਆ। ਇਸ ਤਰ੍ਹਾਂ ਹੀ ਆਪਣੇ ਕੋਲ ਜਿਹੜਾ ਪਿਟਿਊਟਰੀ ਗਲੈਂਡ ਆ ਇਹਦਾ ਵੀ ਐਂਡੋਡਰਮਲ ਓਰੀਜਨ ਆ। ਕੀ ਆ? ਐਂਡੋਡਰਮਲ। ਮੈਂ ਦੁਬਾਰਾ ਐਕਸਪਲੇਨ ਕਰ ਦਿੰਦੀ ਹਾਂ ਐਂਡੋਡਰਮਲ ਦਾ ਮਤਲਬ ਕੀ ਆ। ਆਪਣੇ ਕੋਲ ਕੀ 3 ਲੇਅਰਸ ਹੁੰਦੀਆਂ ਜਿਸ ਤੋਂ ਆਪਣੇ ਕੋਲ ਕੀ ਬਣਦਾ? ਆਪਣਾ ਬੇਬੀ ਬਣਦਾ ਹੈ ਨਾ। ਜਿਹੜੀ ਸਾਰਿਆਂ ਨਾਲੋਂ ਅੰਦਰਲੀ ਲੇਅਰ ਹੁੰਦੀ ਉਹਨੂੰ ਆਪਾਂ ਐਂਡੋ ਕਹਿ ਦਿੰਦੇ ਹਾਂ, ਜਿਹੜੀ ਵਿਚਲੀ ਹੁੰਦੀ ਉਹਨੂੰ ਆਪਾਂ ਮੀਜ਼ੋ ਕਹਿ ਦਿੰਦੇ ਹਾਂ, ਜਿਹੜੀ ਸਾਰਿਆਂ ਨਾਲੋਂ ਬਾਹਰਲੀ ਹੁੰਦੀ ਉਹਨੂੰ ਆਪਾਂ ਐਕਟੋ ਕਹਿ ਦਿੰਦੇ ਹਾਂ। ਇਹ ਕੁਛ ਲੇਅਰਸ ਹੁੰਦੀ ਹੈ ਜਿਸ ਤਰ੍ਹਾਂ ਹੀ ਆਪਣੀ ਬੋਡੀ ਔਰਗਨਸ ਬਣਦੇ ਨੇ, ਬੋਡੀ ਪਾਰਟਸ ਬਣਦੇ ਨੇ, ਹੈ ਨਾ। ਹਾਈਪੋਥੈਲਮਸ ਵੀ ਆਪਣਾ ਐਕਟੋਡਰਮਲ ਸੀਗਾ ਐਂਡ ਪਿਟਿਊਟਰੀ ਗਲੈਂਡ ਵੀ ਆਪਣਾ ਕੀ ਐਕਟੋਡਰਮਲ ਆ। ਉਸ ਤੋਂ ਬਾਅਦ ਆਪਾਂ ਇਹਦੀ ਲੋਕੇਸ਼ਨ ਬਾਰੇ ਦੇਖਾਂਗੇ ਵੀ ਪਿਟਿਊਟਰੀ ਗਲੈਂਡ ਆਪਣਾ ਲੋਕੇਟਡ ਕਿੱਥੇ ਆ। ਠੀਕ ਹੈ, ਇਹਦੀ ਲੋਕੇਸ਼ਨ ਦੇਖਦੇ ਹਾਂ that where it is located. Alright, ਤੇ ਲੋਕੇਸ਼ਨ ਇਹਦੀ ਹੈਗੀ ਆ in the cavity of ਸਿਫਨੋਇਡ ਬੋਨ ਦੇ ਅੰਦਰ ਇੱਕ ਕੈਵਿਟੀ ਹੁੰਦੀ ਆ, ਆਪਣੇ ਹੈੱਡ ਦੇ ਅੰਦਰ ਇੱਕ ਸਿਫਨੋਇਡ ਬੋਨ ਹੁੰਦੀ ਆ। ਉਹਦੀ ਕੈਵਿਟੀ ਦੇ ਅੰਦਰ, ਕੈਵਿਟੀ ਇਨ ਦ ਸੈਂਸ ਖਾਲੀ ਸਪੇਸ ਨੂੰ ਆਪਾਂ ਕੈਵਿਟੀ ਕਹਿ ਦਿੰਦੇ ਹਾਂ, ਅਤੇ ਸਿਫਨੋਇਡ ਬੋਨ ਦੇ ਅੰਦਰ ਜੋ ਖਾਲੀ ਸਪੇਸ ਕੈਵਿਟੀ ਹੁੰਦੀ ਆ ਉਹਦੇ ਅੰਦਰ ਆਪਣੇ ਕੋਲ ਐਵੇਂ ਮਟਰ ਦਾ ਦਾਣਾ ਜਿੰਨਾ ਹੁੰਦਾ, ਇੰਨਾ ਕੁ ਹੁੰਦਾ ਬਸ। ਮਟਰ ਜਿੰਨਾ ਕੁ ਮਟਰ ਦਾ ਦਾਣਾ ਹੈ ਨਾ, ਉਨਾ ਕੁ ਪਿਟਿਊਟਰੀ ਗਲੈਂਡ ਹੁੰਦਾ ਬਸ, ਹੈ ਨਾ। ਦੇਖੋ ਉਹਨੂੰ ਮਾਸਟਰ ਗਲੈਂਡ ਕਹਿੰਦੇ ਆ। ਇੰਨਾ ਕੁ ਨਿੱਕੋ ਜਿਹਾ ਮਟਰ ਦਾ ਦਾਣੇ ਜਿੰਨਾ ਗਲੈਂਡ ਆਪਣਾ ਪੂਰਾ ਐਂਡੋਕਰਾਈਨ ਸਿਸਟਮ ਸੰਭਾਲ ਰਿਹਾ ਵੀ। ਦੇਖੋ ਹੈ ਨਾ ਕੀ ਕੁਦਰਤ ਹੈ ਬਈ, ਹੈ ਨਾ। ਅਤੇ ਉਹ ਜਿਹੜੇ ਸਿਫਨੋਇਡ ਬੋਨਾਂ ਦਾ ਨਾਮ ਕੀ ਆ? ਸਿਲਿਕਾ ਟਰਸਿਕਾ। ਕੀ ਆ? ਸਿਲਿਕਾ ਟਰਸਿਕਾ। ਆਲਰਾਈਟ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਪਿਟਿਊਟਰੀ ਗਲੈਂਡ ਹੈ ਇਹਨੂੰ ਆਪਾਂ ਕਿਸੇ ਹੋਰ ਨਾਮ ਤੋਂ ਵੀ ਜਾਣਦੇ ਹਾਂ। ਪਿਟਿਊਟਰੀ ਗਲੈਂਡ ਇਜ਼ ਆਲਸੋ ਨੋਨ ਐਜ਼ ਹਾਈਪੋਫਾਈਸਿਸ। ਕੀ ਕਹਿੰਦੇ ਆਪਾਂ ਇਹਨੂੰ? ਹਾਈਪੋਫਾਈਸਿਸ। ਆਲਰਾਈਟ, ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਕਿ ਆਪਣੇ ਕੋਲ ਜਿਹੜਾ ਪਿਟਿਊਟਰੀ ਗਲੈਂਡ ਆ ਆਪਣੇ ਕੋਲ ਦੋ ਟਾਈਪ ਦੇ ਆਪਣੇ ਕੋਲ ਪਿਟਿਊਟਰੀ, ਮਤਲਬ ਇਨ ਦ ਸੈਂਸ ਪਿਟਿਊਟਰੀ ਗਲੈਂਡ ਅੱਗੇ ਦੋ ਹਿੱਸਿਆਂ 'ਚ ਡਿਵਾਈਡ। ਆਪਾਂ ਨਹੀਂ ਕਹਾਂਗੇ ਪਿਟਿਊਟਰੀ ਗਲੈਂਡ ਦੋ ਟਾਈਪ ਦਾ, ਨੋ। ਪਿਟਿਊਟਰੀ ਗਲੈਂਡ ਅੱਗੇ ਦੋ ਹਿੱਸਿਆਂ 'ਚ ਡਿਵਾਈਡਡ ਆਪਾਂ ਇਹ ਕਹਿ ਸਕਦੇ ਹਾਂ। ਸੋ ਜਿਹੜਾ ਆਪਣਾ ਪਿਟਿਊਟਰੀ ਗਲੈਂਡ ਆ, ਜਸਟ ਵੇਟ ਅ ਮਿਨਟ। ਜਿਹੜਾ ਆਪਣਾ ਪਿਟਿਊਟਰੀ ਗਲੈਂਡ ਆ ਉਹ ਫਰਦਰ ਦੋ ਹਿੱਸਿਆਂ 'ਚ ਡਿਵਾਈਡਡ ਆ, ਇੱਕ AP 'ਚ ਇੱਕ PP। ਇੱਕ ਕਰਦਾ AP, ਇੱਕ ਕਰਦਾ PP। ਹੁਣ AP ਦਾ ਮਤਲਬ ਕੀ ਆ? ਦੈਟਸ ਕਾਲਡ ਐਂਟੀਰੀਅਰ ਪਿਟਿਊਟਰੀ। PP ਬਾਰੇ ਜੋ PP ਕਰ ਰਿਹਾ ਵੀ PP ਮਾਰ ਰਿਹਾ ਨਾ, ਆਪਾਂ ਬਾਅਦ ਪੜ੍ਹਾਂਗੇ। ਪਹਿਲਾਂ ਆਪਾਂ ਇੰਟੀਰੀਅਰ ਪਿਟਿਊਟਰੀ ਬਾਰੇ ਪੜ੍ਹ ਲਈਏ। ਠੀਕ ਹੈ, ਹੁਣ ਆਪਾਂ ਨੂੰ ਇੰਟੀਰੀਅਰ ਪਿਟਿਊਟਰੀ ਕੀ ਕਹਿੰਦੀ ਆ? ਇੰਟੀਰੀਅਰ ਪਿਟਿਊਟਰੀ ਦਾ ਦੂਜਾ ਨਾਮ ਵੀ ਆ ਭਾਈ, ਜੇ ਆਪਣੇ ਕੋਲ ਹਾਈਪੋਥੈਲਮਸ ਦਾ ਦੂਜਾ ਨਾਮ ਕੀ ਆ? ਹਾਈਪੋਫਾਈਸਿਸ। ਐਵੇਂ ਇੰਟੀਰੀਅਰ ਪਿਟਿਊਟਰੀ ਦਾ ਨਾਮ ਵੀ ਦੂਜਾ ਏ, ਦੈਟ ਇਜ਼ ਅਡੀਨੋ ਹਾਈਪੋਫਾਈਸਿਸ। ਦੇਖੋ ਹਾਈਪੋਫਾਈਸਿਸ ਤਾਂ ਆਪਾਂ ਪਿਟਿਊਟਰੀ ਨੂੰ ਹੀ ਕਹਿ ਦਿੰਦੇ ਹਾਂ ਐਂਡ ਇੰਟੀਰੀਅਰ ਦੀ ਜਗ੍ਹਾ ਆਪਾਂ ਕੀ ਲਾਤਾ? ਅਡੀਨੋ ਲਾਤਾ। ਅਤੇ ਜਿਹੜਾ ਆਪਣੇ ਪਿਟਿਊਟਰੀ ਗਲੈਂਡ ਆ ਉਹਦਾ 75% ਹਿੱਸਾ ਕਿਹੜਾ ਹੁੰਦਾ? ਇੰਟੀਰੀਅਰ ਪਿਟਿਊਟਰੀ ਦਾ ਹੁੰਦਾ। ਕਿਹਦਾ ਹੁੰਦਾ? ਇੰਟੀਰੀਅਰ ਪਿਟਿਊਟਰੀ ਦਾ ਹੁੰਦਾ। ਆਲਰਾਈਟ, ਉਸ ਤੋਂ ਬਾਅਦ ਆਪਣੇ ਕੋਲ ਇੰਟੀਰੀਅਰ ਪਿਟਿਊਟਰੀ ਦੇ AP ਦੇ ਆਪਣੇ ਕੋਲ ਦੋ ਲੋਬਸ ਹੁੰਦੇ ਨੇ। ਕੀ ਹੁੰਦੇ ਨੇ? ਦੋ ਲੋਬਸ ਹੁੰਦੇ ਨੇ।
ਜਿਨ੍ਹਾਂ ਦਾ ਨਾਮ ਕੀ ਆ, ਇੱਕ ਦਾ ਨਾਮ ਹੈਗਾ ਪਾਰਸ ਡਿਸਟੈਲਿਸ, ਇੱਕ ਦਾ ਨਾਮ ਕੀ ਆ ਪਾਰਸ ਡਿਸਟੈਲਿਸ, ਠੀਕ ਹੈ। ਤੇ ਦੂਜਾ ਨਾਮ ਹੈਗਾ ਆਪਣੇ ਕੋਲ ਪਾਰਸ ਇੰਟਰਮੀਡੀਆ, PARS, ਪਾਰਸ ਇੰਟਰਮੀਡੀਆ। ਆਲਰਾਈਟ, ਆਪਣੇ ਕੋਲ ਐਂਟੀਰੀਅਰ ਪਿਟਿਊਟਰੀ ਦੇ ਦੋ ਲੋਬਸ ਹੁੰਦੇ ਨੇ, ਇੱਕ ਪਾਰਸ ਡਿਸਟੈਲਿਸ, ਇੱਕ ਪਾਰਸ ਇੰਟਰਮੀਡੀਆ। ਹੁਣ ਆਪਾਂ ਦੇਖਦੇ ਹਾਂ PP, ਜੋ ਆਪਣਾ ਪਿਟਿਊਟਰੀ ਦੇ ਵਿੱਚ ਬਹਿ ਕੇ PP ਕਰ ਰਿਹਾ। PP ਦਾ ਮਤਲਬ ਕੀ ਆ, ਦੈਟ ਇਜ਼ ਪੋਸਟੀਰੀਅਰ ਪਿਟਿਊਟਰੀ। ਠੀਕ ਹੈ। ਤੇ ਇਹਦਾ ਵੀ ਦੂਜਾ ਨਾਮ ਹੈਗਾ ਭਾਈ, ਜਿਵੇਂ ਉਹਦਾ ਕਿਸੇ ਅਡੀਨੋ ਹਾਈਪੋਫਾਈਸਿਸ ਸੀਗਾ, ਇਹਦਾ ਹੈਗਾ ਨਿਊਰੋ ਹਾਈਪੋਫਾਈਸਿਸ, ਦੈਟ ਇਜ਼ ਨਿਊਰੋ ਹਾਈਪੋਫਾਈਸਿਸ। ਐਂਡ ਹਾਈਪੋਫਾਈਸਿਸ ਦਾ ਮਤਲਬ ਤਾਂ ਪਿਟਿਊਟਰੀ ਆ, ਐਂਡ ਪੋਸਟੀਰੀਅਰ ਦੀ ਜਗ੍ਹਾ ਆਪਾਂ ਕੀ ਲਾਤਾ, ਨਿਊਰੋ ਹਾਈਪੋਫਾਈਸਿਸ। ਐਂਡ ਇਹ ਕਿੰਨਾ ਪ੍ਰਤੀਸ਼ਤ ਹਿੱਸਾ ਕਵਰ ਕਰਦਾ, ਦੈਟ ਇਜ਼ 25%, ਦੈਟ ਇਜ਼ 25%। ਜਿਹੜਾ ਆਪਣਾ ਐਂਟੀਰੀਅਰ ਪਿਟਿਊਟਰੀ ਸੀ ਅਡੀਨੋ ਹਾਈਪੋਫਾਈਸਿਸ, ਜੋ 75% ਹਿੱਸਾ ਕੌਨਸਟੀਟਿਊਟ ਕਰਦਾ ਸੀ, ਐਂਡ ਪੋਸਟੀਰੀਅਰ ਪਿਟਿਊਟਰੀ ਆਪਣਾ 25% ਹਿੱਸਾ ਕੌਨਸਟੀਟਿਊਟ ਕਰਦਾ। ਤੇ ਉਹਦੇ ਕੋਲ ਐਂਟੀਰੀਅਰ ਪਿਟਿਊਟਰੀ ਦੇ ਕੋਲ ਆਪਣੇ ਕੋਲ ਕਿੰਨੇ ਲੋਬਸ ਸੀਗੇ, ਉਹਦੇ ਕੋਲ ਆਪਣੇ ਦੋ ਲੋਬ ਸੀਗੇ, ਦੈਟਸ ਪਾਰਸ ਡਿਸਟੈਲਿਸ ਐਂਡ ਪਾਰਸ ਇੰਟਰਮੀਡੀਆ। ਐਂਡ PP ਕੋਲ ਸਿਰਫ ਔਰ ਸਿਰਫ ਵਿਚਾਰੇ ਕੋਲ 21 ਲੋਬ ਆ, ਜਿਹਦਾ ਨਾਮ ਕੀ ਆ, ਪਾਰਸ ਨਰਵੋਸਾ। ਹੁਣ ਤੁਸੀਂ ਨਾਮ ਤੋਂ ਯਾਦ ਰੱਖਿਓ ਕਿ ਨਿਊਰੋ ਹਾਈਪੋਫਾਈਸਿਸ ਸੀਗਾ, ਉਹਦਾ ਦੂਜਾ ਨਾਮ ਕੀ ਸੀਗਾ, ਨਿਊਰੋ ਹਾਈਪੋਫਾਈਸਿਸ, ਦੈਟ ਇਜ਼ ਨਿਊਰੋ ਹਾਈਪੋਫਾਈਸਿਸ। ਠੀਕ ਹੈ, ਬਸ ਇੱਥੋਂ ਹੀ ਯਾਦ ਰੱਖਣਾ NN ਤੋਂ, ਮਤਲਬ ਇਹਦਾ ਲੋਬ ਦਾ ਨਾਮ ਕੀ ਆ, ਪਾਰਸ ਨਰਵੋਸਾ, ਦੈਟ ਇਜ਼ ਪਾਰਸ ਨਰਵੋਸਾ। ਆਲਰਾਈਟ, ਠੀਕ ਹੈ, ਇੰਨੀ ਗੱਲ ਸਮਝ ਆ ਗਈ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਨੋਟ ਦੇ ਵਿੱਚ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਹਿਊਮਨਸ ਦੇ ਵਿੱਚ ਜੋ AP ਦੇ ਵਿੱਚ, ਮਤਲਬ ਐਂਟੀਰੀਅਰ ਪਿਟਿਊਟਰੀ ਦੇ ਵਿੱਚ ਜੋ ਪਾਰਸ ਡਿਸਟੈਲਿਸ ਆ, ਪਾਰਸ ਡਿਸਟੈਲਿਸ ਪਲਸ ਪਾਰਸ ਇੰਟਰਮੀਡੀਆ, ਉਹ ਮਰਜਡ ਹੁੰਦਾ, ਇੱਕ ਦੂਜੇ ਨਾਲ ਮਰਜ ਹੋਇਆ ਹੁੰਦਾ। ਸੋ ਜਿਹੜੇ ਮਤਲਬ ਆਪਾਂ ਇਨ ਸ਼ਾਰਟ ਆਪਾਂ ਇਹ ਕਹਿ ਸਕਦੇ, ਜਿਹੜਾ ਪਾਰਸ ਇੰਟਰਮੀਡੀਆ ਹੈ ਨਾ, ਉਹ ਪਾਰਸ ਡਿਸਟੈਲਿਸ ਦੇ ਨਾਲ ਜਾ ਕੇ ਮਰਜ ਹੋ ਜਾਂਦਾ। ਇਸ ਕਰਕੇ ਜਿਹੜੇ ਸਾਰੇ ਹਾਰਮੋਨਸ ਹੁੰਦੇ ਨੇ ਨਾ, ਉਹ ਕਿਹਦੇ ਕੋਲ ਹੁੰਦੇ ਨੇ, ਪਾਰਸ ਡਿਸਟੈਲਿਸ ਕੋਲ ਹੁੰਦੇ ਨੇ। ਕਿਉਂਕਿ ਆਪਣੇ ਕੋਲ ਜਿਹੜਾ ਪਾਰਸ ਇੰਟਰਮੀਡੀਆ ਤਾਂ ਮਰਜ ਹੋ ਗਿਆ ਪਾਰਸ ਡਿਸਟੈਲਿਸ ਨਾਲ ਜਾ ਕੇ, ਜੇ ਪਾਰਸ ਡਿਸਟੈਲਿਸ ਨਾਲ ਜਾ ਕੇ ਮਰਜ ਹੋ ਗਿਆ, ਦੈਨ ਜਿਹੜੇ ਵੀ ਹਾਰਮੋਨਸ ਹੋਣਗੇ ਉਹ ਕਿਹਦੇ ਵਿੱਚ ਪਏ ਹੋਣਗੇ, ਪਾਰਸ ਡਿਸਟੈਲਿਸ ਦੇ ਵਿੱਚ। ਬਟ ਆਪਣੀ ਇਹ ਤਰੰਗੀ ਜਨਤਾ ਜਿਹਨੂੰ ਆਪਾਂ ਐਨੀਮਲਸ ਕਹਿੰਦੇ ਆ, ਉਹਦੇ ਵਿੱਚ ਕੀ ਹੁੰਦਾ, ਜੋ ਪਾਰਸ ਡਿਸਟੈਲਿਸ ਆ, ਪਾਰਸ ਡਿਸਟੈਲਿਸ ਤੇ ਪਾਰਸ ਇੰਟਰਮੀਡੀਆ ਕੀ ਹੁੰਦਾ, ਅਲੱਗ-ਅਲੱਗ ਹੁੰਦਾ। ਸਮਝ ਆ ਗਈ ਗੱਲ, ਪਾਰਸ ਡਿਸਟੈਲਿਸ ਤੇ ਪਾਰਸ ਇੰਟਰਮੀਡੀਆ ਅਲੱਗ-ਅਲੱਗ ਹੁੰਦਾ। ਤੇ ਪਾਰਸ ਇੰਟਰਮੀਡੀਆ ਕੋਲ ਬਸ ਇੱਕ ਹਾਰਮੋਨ ਹੁੰਦਾ, ਬਸ ਉਹਦੇ ਕੋਲ ਇੱਕ ਹਾਰਮੋਨ ਹੁੰਦਾ, ਜਿਹਦਾ ਨਾਮ ਹੈਗਾ ਹੈ MSH, ਦੈਟ ਇਜ਼ ਮੈਲੈਨੋਸਾਈਟ ਸਟਿਮੂਲੇਟਿੰਗ ਹਾਰਮੋਨ, ਜੋ ਆਪਣੀ ਸਕਿਨ ਪਿਗਮੈਂਟੇਸ਼ਨ ਨੂੰ ਡਿਫਾਈਨ ਕਰਦਾ। ਸਮਝ ਆ ਗਈ ਗੱਲ। ਐਨੀਮਲਸ ਦੇ ਵਿੱਚ ਪਾਰਸ ਡਿਸਟੈਲਿਸ ਤੇ ਪਾਰਸ ਇੰਟਰਮੀਡੀਆ ਕੀ ਹੁੰਦਾ, ਅਲੱਗ-ਅਲੱਗ ਹੁੰਦਾ। ਤੇ ਪਾਰਸ ਇੰਟਰਮੀਡੀਆ ਕੋਲ ਸਿਰਫ ਇੱਕ ਹਾਰਮੋਨ ਹੁੰਦਾ, MSH, ਦੈਟ ਇਜ਼ ਮੈਲੈਨੋਸਾਈਟ ਸਟਿਮੂਲੇਟਿੰਗ ਹਾਰਮੋਨ, ਦੈਟਸ ਇਟ। ਸਮਝ ਆ ਗਈ ਗੱਲ ਇੰਨੀ। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਪਿਟਿਊਟਰੀ ਦੇ ਹਾਰਮੋਨਸ ਬਾਰੇ। ਵੈਸੇ ਮੋਸਟਲੀ ਤੁਹਾਨੂੰ ਇਹ ਨਾਮਸ ਬਾਰੇ ਪਤਾ ਹੋਏਗਾ, ਕਿਉਂਕਿ ਆਪਾਂ ਹਾਈਪੋਥੈਲਮਸ ਵਿੱਚ ਪੜ੍ਹ ਆਏ ਹਾਂ ਸਾਰੇ ਹਾਰਮੋਨਸ ਬਾਰੇ। ਠੀਕ ਹੈ, ਸੋ ਲੈਟਸ ਸੀ ਕਿ ਆਪਣੇ ਕੋਲ ਕਿਹੜੇ ਕਿਹੜੇ ਹਾਰਮੋਨਸ ਨੇ। ਇਹ ਮੈਂ ਵੈਲ ਡਿਫਾਈਨਡ ਆਪਣੇ ਨੋਟਸ ਦੇ ਵਿੱਚ ਇੱਕ ਬਾਕਸ ਬਣਾ ਕੇ ਦਿੱਤਾ ਹੋਇਆ, ਮੈਂ ਤੁਹਾਨੂੰ ਐਂਡ ਦਾ ਨੋਟਸ ਤੋਂ ਵੀ ਪੜ੍ਹਾਉਂਗੀ, ਬਟ ਫਿਲਹਾਲ ਮੈਂ ਤੁਹਾਨੂੰ ਐਵੇਂ ਪੜ੍ਹਾ ਰਹੀ ਹਾਂ ਕਿਉਂਕਿ ਇੰਨੀ ਜ਼ਿਆਦਾ ਸਪੇਸ ਨਹੀਂ ਹੈਗੀ ਕਿ ਮੈਂ ਇੱਥੇ ਟੇਬਲ ਬਣਾ ਕੇ ਤੁਹਾਨੂੰ ਸਮਝਾਵਾਂ। ਠੀਕ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ GH, ਪਹਿਲਾ ਹਾਰਮੋਨ ਆਪਣੇ ਕੋਲ ਆਉਂਦਾ GH, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਗਰੋਥ ਹਾਰਮੋਨ। ਕੀ ਕਹਿ ਦਿੰਦੇ ਹਾਂ, ਗਰੋਥ ਹਾਰਮੋਨ। ਆਲਰਾਈਟ, ਗਰੋਥ ਹਾਰਮੋਨ। ਤੇ ਇਹਦਾ ਜਿਹੜਾ ਟਾਰਗੇਟ ਕੀ ਹੁੰਦਾ, ਟਾਰਗੇਟ ਮਤਲਬ ਇਹ ਗਰੋਥ ਹਾਰਮੋਨ ਚੱਲ ਪਿਟਿਊਟਰੀ ਗਲੈਂਡ ਨੇ ਰਿਲੀਜ਼ ਤਾਂ ਕਰਤਾ, ਫਿਰ ਇਹਨੇ ਪਹੁੰਚਣਾ ਕਿੱਥੇ ਆ ਜਾ ਕੇ। ਗਰੋਥ ਹਾਰਮੋਨ ਨਾ ਕੋਈ ਇਹਦਾ ਸਪੈਸੀਫਿਕ ਟਾਰਗੇਟ ਨਹੀਂ ਹੁੰਦਾ, ਇਹਨੇ ਸਾਰੇ ਬੋਡੀ ਪਾਰਟ ਕੋਲ ਚਲਾਉਣਾ ਹੁੰਦਾ, ਆਲ ਬੋਡੀ ਪਾਰਟਸ। ਕਿਉਂਕਿ ਹੁਣ ਐਂ ਥੋੜ੍ਹੀ ਵੀ ਆਪਣੀ ਇਕੱਲੀ ਹੱਥ ਦੀ ਗਰੋਥ ਕਰੇ, ਆਪਣੀ ਪੂਰੀ ਬੋਡੀ ਪਾਰਟਸ, ਆਪਣੇ ਟੰਗਾਂ ਦੀ, ਆਪਣੀ ਸ਼ਕਲ ਦੀ, ਆਪਣੇ ਹੱਥਾਂ ਦੀ, ਪੈਰਾਂ ਦੀ, ਸਾਰੇ ਆਲ ਬੋਡੀ ਪਾਰਟਸ ਦੀ ਗਰੋਥ ਹੋਏਗੀ ਨਾ, ਹੈ ਨਾ। ਜੇ ਕਿਸ ਦੀ ਗਰੋਥ ਨਹੀਂ ਹੁੰਦੀ, ਬੋਨਾ ਰਹਿੰਦਾ ਕੋਈ ਜ਼ਿਆਦਾ ਹੀ ਵੱਡਾ ਹੋ ਜਾਂਦਾ, ਉਹ ਆਪਣੇ ਕੋਲ ਡਿਸਆਰਡਰਸ ਆਉਣਗੇ, ਅੱਗੇ ਉਹ ਆਪਾਂ ਪੜ੍ਹਾਂਗੇ ਚੰਗੀ ਤਰੀਕੇ ਨਾਲ। ਠੀਕ ਹੈ, ਫਿਲਹਾਲ ਲਈ ਜਿਹੜਾ ਗਰੋਥ ਹਾਰਮੋਨ ਆ, ਉਹਦਾ ਟਾਰਗੇਟ ਸਾਰੇ ਹੀ ਬੋਡੀ ਪਾਰਟਸ ਹੁੰਦੇ ਨੇ, ਜਿਹਨੇ ਕਿਉਂਕਿ ਸਾਰੀ ਬੋਡੀ ਪਾਰਟਸ ਦੀ ਉਹਨੇ ਕੀ ਕਰਨੀ ਹੁੰਦੀ ਹੈ, ਗਰੋਥ ਕਰਨੀ ਹੁੰਦੀ ਆ। ਐਂਡ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਫੰਕਸ਼ਨ ਕੀ ਆ, ਗਰੋਥ ਹਾਰਮੋਨ ਦਾ ਫੰਕਸ਼ਨ ਕੀ ਆ। ਇਹਦਾ ਫੰਕਸ਼ਨ ਹੈਗਾ ਕਿ ਇਹਨੇ ਓਵਰਆਲ ਫਿਜ਼ੀਕਲ ਗਰੋਥ ਐਂਡ ਡਿਵੈਲਪਮੈਂਟ ਕਰਨੀ। ਕੀ ਕਰਨੀ ਹੈ ਇਹਨੇ,
ओवरऑल फिजिकल ग्रोथ एंड डेवलपमेंट। ਉਹੀ ਗੱਲ ਹੋ ਗਈ ਨਾ ਕਿ ਪੂਰੀ ਫਿਜ਼ੀਕ ਉਹਦੀ ਫਿਜ਼ੀਕ ਗਰੋਥ ਕਰਨੀ ਹੈ, ਫਿਜ਼ੀਕਲ ਗਰੋਥ ਕਰਨੀ ਹੈ ਐਂਡ ਉਹਦੀ ਡਿਵੈਲਪਮੈਂਟ ਕਰਨੀ ਹੈ। ਆਲਰਾਈਟ, ਆਪਣੇ ਕੋਲ ਦੂਜਾ ਪਿਟਿਊਟਰੀ ਗਲੈਂਡ ਜੋ ਹੈਗਾ ਏ ਉਹ ਹੈ that is MSH, that is MSH, that is melanocyte stimulating hormone। ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, melanocyte stimulating hormone, melanocyte stimulating hormone। ठीक है, ਹੁਣ ਇਹਦਾ ਟਾਰਗੇਟ ਕੀ ਆ, ਆਪਣੇ ਨਾ ਇੱਕ ਬੋਡੀ ਦੇ ਅੰਦਰ ਸੈਲਸ ਹੁੰਦੇ ਨੇ, ਆਪਣੀ ਬੋਡੀ ਦੇ ਅੰਦਰ ਇੱਕ ਟਾਈਪ ਦੇ ਸੈਲਸ ਹੁੰਦੇ ਨੇ ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਮਿਲੈਨੋਸਾਈਟਸ। ਕੀ ਕਹਿ ਦਿੰਦੇ ਹਾਂ, ਮਿਲੈਨੋਸਾਈਟਸ। ਐਂਡ ਇਹ ਮਿਲੈਨੋਸਾਈਟਸ ਦੇ ਵਿੱਚ ਕੀ ਇਹ ਮਿਲੈਨੋਸਾਈਟਸ ਇਹ ਜਾ ਕੇ ਕੀ ਕਰਦੇ ਨੇ, ਟਾਰਗੇਟ ਕਰਦੇ ਨੇ MSH, ਮਿਲੈਨੋਸਾਈਟ ਸਟਿਮੂਲੇਟਿੰਗ ਹਾਰਮੋਨ। ਫਿਰ ਇਹ ਮਿਲੈਨੋਸਾਈਟਸ ਇੱਕ ਤਰ੍ਹਾਂ ਦਾ ਪਿਗਮੈਂਟ ਰਿਲੀਜ਼ ਕਰਦੇ ਨੇ ਜਿਹਨੂੰ ਆਪਾਂ ਮਿਲੈਨਿਨ ਕਹਿ ਦਿੰਦੇ ਹਾਂ। ਫਿਰ ਇਹਦੀ ਡਿਸਟਰੀਬਿਊਸ਼ਨ ਹੋ ਜਾਂਦੀ ਆਪਣੀ ਆਲ ਆਊਟ ਦਾ ਬੋਡੀ। ਕੀ ਹੋ ਜਾਂਦੀ ਹੈ, ਫਿਰ ਇਹਦੀ ਡਿਸਟਰੀਬਿਊਸ਼ਨ ਹੋ ਜਾਂਦੀ ਆ। ਮੈਂ ਦੁਬਾਰਾ ਰਿਪੀਟ ਕਰਦੀ ਹਾਂ, ਮਿਲੈਨੋਸਾਈਟ ਸਟਿਮੂਲੇਟਿੰਗ ਹਾਰਮੋਨ ਦਾ ਟਾਰਗੇਟ ਕੀ ਹੁੰਦਾ, ਆਪਣੇ ਕੋਲ ਇੱਕ ਬੋਡੀ ਦੇ ਅੰਦਰ ਇੱਕ ਸਪੈਸੀਫਿਕ ਟਾਈਪ ਦੇ ਸੈਲਸ ਹੁੰਦੇ ਨੇ ਜਿਹਨੂੰ ਆਪਾਂ ਮਿਲੈਨੋਸਾਈਟਸ ਕਹਿ ਦਿੰਦੇ ਹਾਂ। ਉਹ ਇੱਕ ਪਿਗਮੈਂਟ ਰਿਲੀਜ਼ ਕਰਦੇ ਨੇ ਮਿਲੈਨਿਨ, ਅਤੇ ਫਿਰ ਇਹ ਮਿਲੈਨਿਨ ਆਪਣੀ ਬੋਡੀ ਪੂਰੀ ਬੋਡੀ 'ਚ ਡਿਸਟਰੀਬਿਊਟ ਹੋ ਜਾਂਦੀ ਆ। ਐਂਡ ਇਹ ਪਿਗਮੈਂਟ ਹੀ ਰਿਸਪੋਂਸੀਬਲ ਆ ਫॉर ਅ ਸਕਿਨ ਕਲਰ, ਫॉर ਅ ਸਕਿਨ ਕਲਰ। ਸਮਝ ਆ ਗਈ ਗੱਲ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਥਰਡ ਪਿਟਿਊਟਰੀ ਹਾਰਮੋਨ, ਦੈਟ ਇਜ਼ PRL। ਇਹਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰੋਲੈਕਟਿਨ। ਹੁਣ ਤੁਹਾਨੂੰ ਸਾਰਿਆਂ ਦੇ ਨਾਮ ਬਾਰੇ ਪਤਾ ਕਿਉਂਕਿ ਆਪਾਂ ਆਲਰੇਡੀ ਹਾਈਪੋਥੈਲਮਸ ਦੇ ਵਿੱਚ ਪੜ੍ਹ ਆਏ ਹਾਂ ਕਿ ਗਰੋਥ ਹਾਰਮੋਨ ਉਹਦਾ ਰਿਲੀਜ਼ਿੰਗ ਟਾਈਪ, ਗਰੋਥ ਹਾਰਮੋਨ ਉਹਦਾ ਇਨਹਿਬਿਟਿੰਗ ਟਾਈਪ, MSH ਉਹਦਾ ਰਿਲੀਜ਼ਿੰਗ ਟਾਈਪ, ਉਹਦਾ ਇਨਹਿਬਿਟਿੰਗ ਟਾਈਪ। ਹੁਣ ਪ੍ਰੋਲੈਕਟਿਨ ਵੀ ਤਾਂ ਪੜ੍ਹ ਕੇ ਆਏ ਸੀ, ਉਹਦਾ ਰਿਲੀਜ਼ਿੰਗ ਟਾਈਪ, ਉਹਦਾ ਇਨਹਿਬਿਟਿੰਗ ਟਾਈਪ। ਸੋ ਤੁਹਾਨੂੰ ਸਾਰੇ ਹਾਰਮੋਨਸ ਬਾਰੇ ਪਤਾ, ਬਸ ਆਪਾਂ ਨੇ ਦੇਖਣਾ ਕਿ ਉਹਦਾ ਫੰਕਸ਼ਨ ਕੀ ਹੈ, ਉਹਦਾ ਟਾਰਗੇਟ ਕੀ ਹੈ ਪਿਟਿਊਟਰੀ ਹਾਰਮੋਨ ਦੇ ਵਿੱਚ। ਠੀਕ ਹੈ, ਸੋ PRL ਕੀ ਆ, ਪ੍ਰੋਲੈਕਟਿਨ। ਐਂਡ ਪ੍ਰੋਲੈਕਟਿਨ ਦਾ ਟਾਰਗੇਟ ਕੀ ਹੁੰਦਾ, ਹੁਣ ਪ੍ਰੋਲੈਕਟਿਨ ਮੈਂ ਤੁਹਾਨੂੰ ਦੱਸਿਆ ਕਿ ਇਹ ਨਾ ਆਪਣੀ ਉਹ ਕਰਾਉਂਦਾ, ਲੈਕਟੇਸ਼ਨ ਕਰਾਉਂਦਾ। ਇਹਦਾ ਟਾਰਗੇਟ ਹੁੰਦਾ ਮੈਮਰੀ ਗਲੈਂਡਸ। ਕੀ ਹੁੰਦੇ ਨੇ, ਮੈਮਰੀ ਗਲੈਂਡਸ। ਮੈਮਰੀ ਗਲੈਂਡਸ ਫੀਮੇਲਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਐਂਡ ਇਹ ਪੇਅਰ ਦੇ ਵਿੱਚ ਹੁੰਦੇ ਨੇ, ਦੋ ਹੁੰਦੇ ਨੇ ਆਪਣੇ ਕੋਲ। ਇਹਨੂੰ ਆਪਾਂ ਬ੍ਰੈਸਟ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ, ਬ੍ਰੈਸਟ। ਉਹ ਕੀ ਹੁੰਦੇ ਨੇ, ਆਪਣੇ ਮੈਮਰੀ ਗਲੈਂਡਸ। ਆਲਰਾਈਟ, ਅਤੇ ਉਸ ਤੋਂ ਬਾਅਦ ਇਹਦਾ ਟਾਰਗੇਟ ਮੈਂ ਤੁਹਾਨੂੰ ਦੱਸਦਾ ਮੈਮਰੀ ਗਲੈਂਡ। ਅਤੇ ਇਹ ਕਰਦਾ ਕੀ ਆ, ਆਪਣੇ ਕੋਲ ਜਿਹੜਾ ਪ੍ਰੋਲੈਕਟਿਨ ਆ ਇਹਦੇ ਦੋ ਫੰਕਸ਼ਨ ਹੁੰਦੇ ਨੇ। ਟੂ ਬੀ ਮੋਰ ਸਪੈਸੀਫਿਕ ਇਹਦੇ ਕੀ ਹੁੰਦੇ ਨੇ, ਦੋ ਫੰਕਸ਼ਨ ਹੁੰਦੇ ਨੇ। ਇੱਕ ਤਾਂ ਇਹ ਮੈਮੋਟ੍ਰੋਪਿਕ ਆ, ਠੀਕ ਹੈ, ਜਿਹੜਾ ਇਹਦਾ ਫੰਕਸ਼ਨ ਇੱਕ ਫੰਕਸ਼ਨ ਇਹਦਾ ਹੈਗਾ ਮੈਮੋਟ੍ਰੋਪਿਕ। ਮੈਮੋਟ੍ਰੋਪਿਕ ਦਾ ਮਤਲਬ ਹੁੰਦਾ ਕਿ ਇਹਨੇ ਕੀ ਕਰਨੀ ਆ, ਮੈਮਰੀ ਗਲੈਂਡਸ ਦੀ ਗਰੋਥ ਕਰਨੀ ਆ। ਕੀ ਕਰਨੀ ਆ, ਮੈਮਰੀ ਗਲੈਂਡਸ ਦੀ ਗਰੋਥ ਕਰਨੀ ਆ। ਇੱਕ ਤਾਂ ਇਹ ਮੈਮੋਟ੍ਰੋਪਿਕਲੀ ਵਰਕ ਕਰਦਾ, ਜਿਹੜਾ ਆਪਣੇ ਕੋਲ ਪ੍ਰੋਲੈਕਟਿਨ ਆ ਇੱਕ ਉਹ ਮੈਮੋਟ੍ਰੋਪਿਕਲੀ ਵਰਕ ਕਰਦਾ। ਐਂਡ ਦੂਜਾ ਕਿਸ ਤਰ੍ਹਾਂ ਵਰਕ ਕਰਦਾ, ਦੂਜਾ ਲੈਕਟੋਜੈਨਿਕਲੀ ਵਰਕ ਕਰਦਾ। ਕਿਵੇਂ ਵਰਕ ਕਰਦਾ, ਲੈਕਟੋਜੈਨਿਕਲੀ। ਲੈਕਟੋਜੈਨਿਕ ਆ ਆਪਣੇ ਜਿਹੜਾ ਪ੍ਰੋਲੈਕਟਿਨ, ਇੱਕ ਤਾਂ ਮੈਮੋਟ੍ਰੋਪਿਕ ਆ, ਇੱਕ ਉਹ ਲੈਕਟੋਜੈਨਿਕ ਆ। ਲੈਕਟੋਜੈਨਿਕ ਮਤਲਬ ਲੈਕਟੇਸ਼ਨ ਦੇ ਨਾਲ ਰਿਲੇਟਡ ਆ। ਲੈਕਟੇਸ਼ਨ ਮਤਲਬ ਮਿਲਕ ਸਿੰਥਸਿਸ, ਅਤੇ ਦੂਜਾ ਆਪਣੇ ਕੋਲ ਪ੍ਰੋਲੈਕਟਿਨ ਕੀ ਕਰਾਉਂਦਾ, ਮਿਲਕ ਦੀ ਸਿੰਥਸਿਸ ਕਰਾਉਂਦਾ। ਸਮਝ ਆ ਗਈ ਗੱਲ। ਆਪਣੇ ਕੋਲ ਇੱਕ ਤਾਂ ਮੈਮਰੀ ਗਲੈਂਡਸ ਦੀ ਗਰੋਥ ਕਰਾਉਂਦਾ, ਦੂਜੀ ਆਪਣੇ ਕੋਲ ਮਿਲਕ ਦੀ ਸਿੰਥਸਿਸ ਕਰਾਉਂਦਾ। ਆਲਰਾਈਟ, ਆਪਣੇ ਕੋਲ ਚੌਥਾ ਹਾਰਮੋਨ ਕਿਹੜਾ ਆ ਗਿਆ, ਚੌਥਾ ਹਾਰਮੋਨ ਆਪਣੇ ਕੋਲ ਆ ਗਿਆ, ਦੈਟ ਇਜ਼ TSH, ਦੈਟ ਇਜ਼ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਆਪਣੇ ਕੋਲ ਚੌਥਾ ਕਿਹੜਾ ਹੈ, TSH, ਦੈਟ ਇਜ਼ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਕੀ ਆ, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਬਸ ਇਹਦੇ ਨਾਂ ਦੇ ਵਿੱਚ ਹੀ ਸਾਰਾ ਕੁਝ ਪਿਆ। ਹੁਣ ਆਪਾਂ ਦੇਖਾਂਗੇ ਆਪਣੇ ਕੋਲ ਅੱਗੇ ਇੱਕ ਹਾਰਮੋਨ, ਇੱਕ ਅੱਗੇ ਹੋਰ ਹਾਰਮੋਨ ਹੋ ਰਿਹਾ, ਉਹਦੇ ਨਾਮ ਦੇ ਵਿੱਚ ਹੀ ਸਾਰਾ ਆਨਸਰ ਪਿਆ। ਹੁਣ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਆ, ਹੁਣ ਇਹਦਾ ਟਾਰਗੇਟ ਕੀ ਹੋਏਗਾ, TSH ਦਾ ਟਾਰਗੇਟ ਥਾਇਰਾਇਡ ਮਤਲਬ ਥਾਇਰਾਇਡ ਗਲੈਂਡ, ਇਹਦਾ ਕੀ ਹੋਏਗਾ, ਟਾਰਗੇਟ ਹੋਏਗਾ। ਠੀਕ ਹੈ, ਥਾਇਰਾਇਡ ਗਲੈਂਡ ਕੀ ਹੋਏਗਾ, ਇਹਦਾ ਟਾਰਗੇਟ ਹੋਏਗਾ। ਪਲੱਸ ਇਹਦਾ ਫੰਕਸ਼ਨ ਵੀ ਇਹਦਾ ਨਾਮ 'ਚ ਹੀ ਲੁਕਿਆ ਕਿ ਇਹਨੇ ਕੀ ਰਿਲੀਜ਼ ਕਰਾਉਣਾ, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਨਾਮ ਤੋਂ ਚੱਲ ਰਿਹਾ ਕਿ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ, ਉਹ ਹਾਰਮੋਨ ਜੋ ਥਾਇਰਾਇਡ ਹਾਰਮੋਨ ਨੂੰ ਸਟਿਮੂਲੇਟ ਕਰ ਰਿਹਾ ਵੀ ਤੂੰ ਰਿਲੀਜ਼ ਹੋ। ਸੋ ਦਾ ਫੰਕਸ਼ਨ ਕੀ ਆ, ਦੈਟ ਇਜ਼ ਸਿਕਰੀਸ਼ਨ ਆਫ ਥਾਇਰਾਇਡ ਹਾਰਮੋਨ। ਕੀ ਸਿੰਥਸਿਸ ਵੀ ਉਹਨੂੰ ਸਟਿਮੂਲੇਟ ਕਰਦਾ ਵੀ ਭਾਈ ਆਪਣੇ ਕੋਲ ਕਿਹਦੀ ਸਿੰਥਸਿਸ ਹੋਵੇ, ਥਾਇਰਾਇਡ ਹਾਰਮੋਨ ਦੀ। ਆਲਰਾਈਟ, ਫਿਰ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਇੱਕ ਹਾਰਮੋਨ ਆਉਂਦਾ ਜਿਹਦਾ ਨਾਮ ਹੈ ACTH, ਜਿਹਦਾ ਨਾਮ ਹੈ ਅਡਰੀਨੋ
एड्रीनोकॉर्टिकॉइड ट्रॉपिक हार्मोन, एड्रीनोकॉर्टिकॉइड ट्रॉपिक हार्मोन, ठीक है। ए तो भाव एड्रीनो, सी तो भाव कॉर्टिकॉइड एंड टी तो भाव ट्रॉपिक एंड एच तो भाव हार्मोन। हुण तुसीं इहदे नाम दे विच ही सारा आंसर लभोगे। हुण मैनूं लगदा मैं तुहानूं पिछली वीडियो च गलत दसता सी भी किडनी दे विच हुंदा एड्रीनल ग्लैंड, नहीं। ਇਹਦਾ ਜਿਹੜਾ ਟਾਰਗੇਟ ਗਲੈਂਡ ਆ ACTH ਦਾ, ACTH ਦਾ ਜਿਹੜਾ ਆਪਣੇ ਕੋਲ ਟਾਰਗੇਟ ਕੀ ਹੁੰਦਾ, ਇਹਦਾ ਟਾਰਗੇਟ ਹੁੰਦਾ ਐਡਰੀਨਲ ਗਲੈਂਡ। ਐਡਰੀਨਲ ਗਲੈਂਡ ਐਕਚੁਅਲੀ ਕੀ ਹੁੰਦਾ, ਆਪਣੇ ਨਾ ਜੋ ਕਿਡਨੀਜ਼ ਨੇ, ਆ ਕਿਡਨੀਜ਼ ਨੇ ਨਾ, ਕਿਡਨੀਜ਼ ਦੇ ਉੱਪਰ ਇੱਥੇ ਨਾ ਗਲੈਂਡ ਪ੍ਰੈਜ਼ੈਂਟ ਹੁੰਦਾ ਐਂਡ ਇਹਨੂੰ ਆਪਾਂ ਕੀ ਕਹਿ ਦਿੰਦੇ ਆ, ਐਡਰੀਨਲ ਗਲੈਂਡ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਐਡਰੀਨਲ ਗਲੈਂਡ ਕਹਿ ਦਿੰਦੇ ਆ, ਠੀਕ ਹੈ। ਤੇ ਆਪਣੇ ਕੋਲ ਆਪਾਂ ਨੂੰ ਟਾਰਗੇਟ ਦਾ ਪਤਾ ਚੱਲ ਗਿਆ ACTH, ACTH ਦੀ ਫੁੱਲ ਫਾਰਮ ਕੀ ਸੀ, ਐਡਰੀਨੋ, ਐਡਰੀਨੋ ਤੋਂ ਪਤਾ ਚੱਲ ਗਿਆ ਇਹਦਾ ਟਾਰਗੇਟ ਕੀ ਆ, ਐਡਰੀਨਲ ਗਲੈਂਡ। ਅਗਲਾ ਕੀ ਸੀਗਾ, C ਤੋਂ ਕੌਰਟੀਕੋਇਡ, ਮਤਲਬ ਇਹਦਾ ਫੰਕਸ਼ਨ ਕੀ ਹੈ ACTH ਦਾ, ਕਿ ਇਹਨੇ ਕੀ ਰਿਲੀਜ਼ ਕਰਾਉਣਾ ਐਡਰੀਨਲ ਗਲੈਂਡ ਤੋਂ, ਰਿਲੀਜ਼ ਆਫ ਕੌਰਟੀਕੋਇਡਸ। ਕੀ ਰਿਲੀਜ਼ ਕਰਾਉਣਾ, ਕੌਰਟੀਕੋਇਡਸ ਰਿਲੀਜ਼ ਕਰਾਉਣੇ ਨੇ। ਸਮਝ ਆ ਗਈ ਗੱਲ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ FSH, ਆਪਣੇ ਕੋਲ 6th ਹਾਰਮੋਨ ਆਉਂਦਾ FSH, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਨਾ ਤੋਂ ਹੀ ਪਤਾ ਚੱਲ ਰਿਹਾ ਕਿ ਆਪਾਂ FSH ਰਿਲੀਜ਼ ਕਰਾਉਣਾ। ਹੁਣ ਇਹ ਆਪਣੇ ਕੋਲ ਜਿਹੜੇ ਆਪਾਂ ਉੱਪਰ 5 ਹਾਰਮੋਨਸ ਪੜ੍ਹ ਕੇ ਆਏ ਆ, GH, MSH, PRL, TSH, ACTH, ਇਹਦਾ ਜਿਹੜਾ ਫੰਕਸ਼ਨ ਹੈ ਪੰਜੇ ਹਾਰਮੋਨਸ ਆ ਮੇਲਸ ਅਤੇ ਫੀਮੇਲਸ ਦੇ ਵਿੱਚ ਸੇਮ ਆ, ਇਹ ਸੇਮ ਫੰਕਸ਼ਨ ਪਰਫੋਰਮ ਕਰਨਗੇ। ਬਟ ਜਿਹੜਾ ਆਪਣੇ ਕੋਲ FSH ਆ, ਇਹ ਹੁੰਦਾ ਤਾਂ ਮੇਲ ਫੀਮੇਲ ਦੋਨਾਂ ਦੇ ਕੋਲ ਆ, ਬਟ ਦੋਨਾਂ ਦੇ ਵਿੱਚ ਅਲੱਗ-ਅਲੱਗ ਫੰਕਸ਼ਨ ਪਰਫੋਰਮ ਕਰੇਗਾ। ਆਪਾਂ ਉਹ ਦੇਖਦੇ ਹਾਂ। ਹੁਣ ਜਿਹੜਾ FSH ਆ, ਉਹਦਾ ਜਿਹੜਾ ਟਾਰਗੇਟ ਆ ਉਹ ਮੇਲ ਦੇ ਵਿੱਚ ਅੱਡ ਹੁੰਦਾ, ਓਬਵੀਅਸਲੀ ਫੀਮੇਲ ਦੇ ਵਿੱਚ ਅੱਡ ਹੁੰਦਾ, ਕਿਉਂਕਿ ਅੱਡ ਅੱਡ ਫੰਕਸ਼ਨ ਪਰਫੋਰਮ ਕਰਨੇ ਆ। ਮੇਲ ਦੇ ਵਿੱਚ ਟਾਰਗੇਟ ਇਹਦਾ ਹੁੰਦਾ ਟੈਸਟੀਜ਼ ਐਂਡ ਫੀਮੇਲਸ ਦੇ ਵਿੱਚ ਇਹਦਾ ਟਾਰਗੇਟ ਹੁੰਦਾ, ਉਹ ਸੌਰੀ ਮੈਂ ਉਲਟ ਲਿਖਤਾ, ਵੇਟ ਅ ਮਿਨਟ, ਸਾਈਨ ਗਲਤ ਪਤਾ ਸੀ ਮੈਂ, ਠੀਕ ਹੈ। ਇਹਦਾ ਮੇਲਸ ਦੇ ਵਿੱਚ ਹੁੰਦਾ ਟੈਸਟੀਜ਼ ਐਂਡ ਫੀਮੇਲਸ ਦੇ ਵਿੱਚ ਹੁੰਦਾ ਓਵਰੀ, ਇਹਦਾ ਟਾਰਗੇਟ। ਉਸ ਤੋਂ ਬਾਅਦ FSH ਦਾ ਫੰਕਸ਼ਨ ਕੀ ਹੁੰਦਾ, ਆਪਾਂ ਦੇਖਦੇ ਹਾਂ। FSH ਦਾ ਫੰਕਸ਼ਨ, ਸਭ ਤੋਂ ਪਹਿਲਾਂ ਆਪਾਂ ਇਹਦਾ ਫੰਕਸ਼ਨ ਦੇਖਦੇ ਹਾਂ ਉਹਦੇ ਵਿੱਚ, ਮੇਲਸ ਦੇ ਵਿੱਚ। ਮੇਲਸ ਦੇ ਵਿੱਚ ਇਹਦਾ ਫੰਕਸ਼ਨ ਕੀ ਹੁੰਦਾ, ਮੇਲਸ ਦੇ ਵਿੱਚ ਜਿਹੜਾ FSH ਆ, ਇਹਨੇ ਕੀ ਕਰਾਉਣਾ ਹੁੰਦਾ, ਪ੍ਰਮੋਟ ਸਪਰਮੈਟੋਜੈਨੇਸਿਸ। ਇਹ ਭਾਰੀ ਭਰਕਮ ਵਰਡ ਆ ਗਿਆ, ਕੋਈ ਨਾ ਡਰਨਾ ਨਹੀਂ, ਆਈ ਐਮ ਹੇਅਰ ਵਿਦ ਯੂ, when Sahil is here, no tension is there, okay? Spermatogenesis, ਸਪਰਮੈਟੋ ਦਾ ਮਤਲਬ ਹੁੰਦਾ ਸਪਰਮ। ਸਪਰਮ ਬਾਰੇ ਤਾਂ ਜਾਣਦੇ ਹੋਵੋਗੇ, ਜਿਸ ਨਾਲ ਆ ਓਵਮ ਆ, ਓਵਮ ਦੇ ਨਾਲ ਸਪਰਮ ਜੁੜਦਾ ਤੇ ਕੀ ਬਣ ਜਾਂਦਾ, ਨੰਨਾ ਮੁੰਨਾ ਰਾਹੀ ਹੂੰ, ਦੇਸ਼ ਕਾ ਸਿਪਾਹੀ ਹੂੰ, ਕੀ ਬਣ ਜਾਂਦਾ, ਜ਼ਾਇਗੋਟ। ਜ਼ਾਇਗੋਟ ਤੋਂ ਕੀ ਬਣਦਾ, ਬੱਚਾ। ਐਵੇਂ ਆਪਾਂ ਬਣੇ ਸੀ, ਠੀਕ ਹੈ ਜੀ। ਸਪਰਮੈਟੋ ਦਾ ਮਤਲਬ ਸਪਰਮ, ਜੈਨੇਸਿਸ ਮਤਲਬ ਜਨਰੇਸ਼ਨ, ਮਤਲਬ ਫਾਰਮ ਹੋਣਾ। ਮਤਲਬ FSH ਕੀ ਕਰਦਾ ਮੇਲਸ ਦੇ ਵਿੱਚ, ਸਪਰਮੈਟੋਜੈਨੇਸਿਸ ਮਤਲਬ ਸਪਰਮ ਦੀ ਫਾਰਮੇਸ਼ਨ ਕਰਾਉਂਦਾ, ਅਤੇ FSH ਦਾ ਕੰਮ ਫੀਮੇਲਸ ਦੇ ਵਿੱਚ ਕੀ ਆਪਾਂ ਉਹ ਦੇਖਦੇ ਹਾਂ। ਇਹ ਕੀ ਕਰਦਾ, ਓਵੇਰੀਅਨ ਫੋਲੀਕਲਸ ਦਾ ਗਰੋਥ ਕਰਦਾ। ਕੀ ਕਰਦਾ, ਹੁਣ ਤੁਸੀਂ ਕਹੋਗੇ ਭਾਈ ਓਵੇਰੀਅਨ ਫੋਲੀਕਲਸ ਕੀ ਨੇ, ਇਹ ਆਪਾਂ ਸਾਰੀ ਚੀਜ਼ਾਂ ਸਪਰਮੈਟੋਜੈਨੇਸਿਸ, ਓਵੇਰੀਅਨ ਫੋਲੀਕਲਸ, ਇਹ ਸਾਰਾ ਡਿਟੇਲ ਦੇ ਵਿੱਚ ਆਪਾਂ ਹਿਊਮਨ ਰੀਪਰੋਡਕਸ਼ਨ ਦੇ ਵਿੱਚ ਪੜ੍ਹਾਂਗੇ। ਬਟ ਫਿਲਹਾਲ ਦੇ ਲਈ ਮੈਂ ਤੁਹਾਨੂੰ ਜਿੰਨਾ ਕੁ ਸਮਝਾਉਣ ਦੀ ਲੋੜ ਹੈਗੀ ਆ, ਮੈਂ ਤੁਹਾਨੂੰ ਸਮਝਾ ਦਿੰਦੀ ਹਾਂ। ਲੈਟਸ ਸੀ ਕੀ ਹੁੰਦਾ ਆਪਣੇ ਕੋਲ। ਇਹ ਆਲਰਾਈਟ, ਆਪਣੇ ਕੋਲ ਨਾ ਐਵੇਂ ਓਵਰੀ ਆ, ਅਤੇ ਇਹ ਪ੍ਰਾਇਮਰੀ ਆ, ਪ੍ਰਾਇਮਰੀ ਫੋਲੀਕਲ ਆ, ਸੈਕੰਡਰੀ ਫੋਲੀਕਲ ਆ, ਟਰਸ਼ਰੀ ਫੋਲੀਕਲ ਆ, ਗ੍ਰੈਫੀਅਨ ਫੋਲੀਕਲ, ਠੀਕ ਹੈ। ਫਿਰ ਮੈਚਿਓਰ ਗ੍ਰੈਫੀਅਨ ਫੋਲੀਕਲ ਬਣ ਜਾਂਦਾ, ਠੀਕ ਹੈ। ਆਪਣੇ ਕੋਲ ਓਵਰੀ ਆ, ਅਤੇ ਇਹਦੇ ਵਿੱਚ ਕੀ ਹੁੰਦਾ, ਆ ਸਪੋਜ਼ ਕਰੋ ਆਪਣੇ ਕੋਲ ਪ੍ਰਾਇਮਰੀ ਫੋਲੀਕਲ ਆ, ਸੈਕੰਡਰੀ ਆ, ਟਰਸ਼ਰੀ ਆ, ਗ੍ਰਾਫੀਅਨ ਫੋਲੀਕਲ ਆ, ਮੈਚਿਓਰ ਗ੍ਰਾਫੀਅਨ ਫੋਲੀਕਲ ਆ, ਹੈ ਨਾ। ਇਹ ਸਾਰੇ ਕੀ ਨੇ, ਫੋਲੀਕਲਸ ਨੇ, ਓਵੇਰੀਅਨ ਫੋਲੀਕਲਸ ਨੇ। ਜਿਹੜਾ 1 to 2 ਬਣ ਰਿਹਾ, 2 to 3 ਬਣ ਰਿਹਾ, 3 to ਗ੍ਰਾਫੀਅਨ ਫੋਲੀਕਲ ਬਣ ਰਿਹਾ। ਇਹ ਕੀ ਨੇ, ਗਰੋਥ ਇਹ ਹੋ ਰਹੀ ਹੈ ਨਾ, ਅਤੇ ਗਰੋਥ ਕੌਣ ਕਰਾ ਰਿਹਾ, FSH ਕਰਾ ਰਿਹਾ। ਕੌਣ ਕਰਾ ਰਿਹਾ, FSH ਕਰਾ ਰਿਹਾ। ਸਮਝ ਆ ਗਈ ਗੱਲ। ਇਹ ਕੀ ਹੁੰਦੇ ਨੇ, ਓਵੇਰੀਅਨ ਫੋਲੀਕਲਸ। ਅਤੇ ਆਪਣਾ ਜਿਹੜਾ ਲਾਸਟ ਹਾਰਮੋਨ ਹੈਗਾ ਹੈ, ਉਹ ਹੈਗਾ LH।
ਕੀ ਹੈਗਾ ਐਲਜੀ ਨੂੰ ਆਪਾਂ ਲਿਊਟੀਨਾਈਜ਼ਿੰਗ ਹਾਰਮੋਨ ਕਹਿੰਦੇ ਨੇ। ਸੇਮ ਇਹਦਾ ਵੀ ਉਹੀ ਕੰਮ ਆ। ਇਹ ਪ੍ਰੈਜ਼ੈਂਟ ਤਾਂ ਦੋਨਾਂ ਮੇਲਸ ਤੇ ਫੀਮੇਲਸ ਦੋਨਾਂ ਵਿੱਚ ਹੁੰਦਾ, ਬਟ ਫੰਕਸ਼ਨ ਦੋਨਾਂ ਵਿੱਚ ਅਲੱਗ-ਅਲੱਗ ਕਰਦਾ। ਆਲਰਾਈਟ, ਫੀਮੇਲ ਦੇ ਵਿੱਚ ਇਹਦਾ ਟਾਰਗੇਟ ਓਬਵੀਅਸਲੀ ਜਿਵੇਂ ਐਫਐਸਐਚ ਦੇ ਵਿੱਚ ਸੀਗਾ ਉਵੇਂ ਫੀਮੇਲ ਦੇ ਵਿੱਚ ਇਹਦਾ ਟਾਰਗੇਟ ਓਵਰੀ ਹੁੰਦੀ ਆ, ਐਂਡ ਮੇਲਸ ਦੇ ਵਿੱਚ ਇਹਦਾ ਟਾਰਗੇਟ ਕੀ ਹੁੰਦਾ, ਟੈਸਟਿਸ ਹੁੰਦਾ। ਠੀਕ ਹੈ, ਸਮਝ ਆ ਗਈ ਗੱਲ। ਤੇ ਉਸ ਤੋਂ ਬਾਅਦ ਆਪਾਂ ਜਿਹੜਾ ਐਲਐਚ ਦਾ ਕੰਮ ਆ ਉਹ ਆਪਾਂ ਦੇਖਦੇ ਹਾਂ ਮੇਲਸ ਦੇ ਵਿੱਚ ਕਿ ਮੇਲਸ ਦੇ ਵਿੱਚ ਕੀ ਕੰਮ ਹੁੰਦਾ। ਮੇਲਸ ਦੇ ਵਿੱਚ ਇਹ ਕੀ ਕਰਦਾ, ਐਕਟ ਔਨ ਲੇਡਿੰਗ ਸੈਲਸ। ਕਿਹਦੇ ਉੱਪਰ, ਲੇਡਿੰਗ, ਸੌਰੀ ਮੈਂ ਸਪੈਲਿੰਗ ਗਲਤ ਲਿਖਤੇ, ਦੁਬਾਰਾ ਲਿਖ ਦਿੰਦੀ ਹਾਂ। ਜਿਹੜਾ ਆਪਣੇ ਕੋਲ ਐਫਐਸਐਚ ਲਿਖਤਾ ਬੁੱਧੂ, ਐਲਐਚ ਆ ਗਿਆ ਆਪਣੇ ਕੋਲ। ਐਲਐਚ ਦਾ ਮੇਲਸ ਦੇ ਵਿੱਚ ਕੀ ਕੰਮ ਆ, ਇਹ ਕੀ ਕਰਦਾ, ਐਕਟ ਔਨ ਲੇਡਿੰਗ ਸੈਲਸ। ਲੇਡਿੰਗ ਸੈਲਸ ਦੇ ਉੱਪਰ ਐਕਟ ਕਰਕੇ ਉਹਨਾਂ ਤੋਂ ਕੀ ਰਿਲੀਜ਼ ਕਰਾਉਂਦਾ, ਐਂਡਰੋਜਨਸ ਰਿਲੀਜ਼ ਕਰਾਉਂਦਾ। ਐਂਡਰੋਜਨਸ ਟੂ ਬੀ ਮੋਰ ਸਪੈਸੀਫਿਕ, ਐਂਡਰੋਜਨ ਕੀ ਹੁੰਦੇ ਨੇ, ਟੈਸਟੋਸਟੇਰੋਨ। ਜੋ ਮੇਲ ਹਾਰਮੋਨ ਹੁੰਦਾ, ਮੇਲ ਸੈਕਸ ਹਾਰਮੋਨ ਹੁੰਦਾ, ਆਪਣੇ ਕੋਲ ਟੈਸਟੋਸਟੇਰੋਨ ਇੱਕ ਟਾਈਪ ਦਾ ਐਂਡਰੋਜਨ ਹੀ ਆ ਟੂ ਬੀ ਮੋਰ ਸਪੈਸੀਫਿਕ, ਹੈ ਨਾ। ਸੋ ਜਿਹੜਾ ਆਪਣੇ ਕੋਲ ਐਲਐਚ ਆ ਉਹ ਆਪਣੇ ਕੋਲ ਲੇਡਿੰਗ ਸੈਲਸ ਦੇ ਉੱਪਰ ਕੀ ਕਰਦਾ, ਐਕਟ ਕਰਦਾ। ਹੁਣ ਤੁਸੀਂ ਕਹੋਗੇ ਭਾਈ ਲੇਡਿੰਗ ਸੈਲਸ ਕੀ ਆ, ਇਹ ਵੀ ਜੇ ਮੈਂ ਤੁਹਾਨੂੰ ਮਾੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਾਂ, ਬਿਕੋਜ਼ ਇਹ ਡਿਟੇਲਿੰਗ ਦੇ ਵਿੱਚ ਤਾਂ ਤੁਹਾਨੂੰ ਉੱਥੇ ਹਿਊਮਨ ਰਿਪਰੋਡਕਸ਼ਨ ਦੇ ਵਿੱਚ ਹੀ ਪੜ੍ਹਨਾ ਪਊਗਾ, ਬਟ ਸਟਿਲ ਮੈਂ ਤੁਹਾਨੂੰ ਇੱਥੇ ਥੋੜ੍ਹਾ ਮੋਟਾ ਸਮਝਾ ਦਿੰਦੀ ਹਾਂ ਕਿ ਐਕਚੁਅਲ ਦੇ ਵਿੱਚ ਇਹ ਹੈ ਕੀ ਚੀਜ਼, ਹੈ ਨਾ। ਥੋੜ੍ਹਾ ਮੋਟਾ ਸਮਝਾ ਸਕਦੇ, ਜ਼ਿਆਦਾ ਨਹੀਂ ਸਮਝਾ ਸਕਦੇ ਆਪਾਂ। ਆਪਣੇ ਕੋਲ ਨਾ ਐਵੇਂ ਟੈਸਟੀਜ਼ ਹੁੰਦੀਆਂ ਨੇ, ਅਤੇ ਟੈਸਟੀਜ਼ ਦੇ ਵਿੱਚ ਨਾ ਐਵੇਂ ਕਮਰੇ ਬਣੇ ਹੁੰਦੇ ਨੇ। ਠੀਕ ਹੈ, ਕਮਰੇ ਬਣੇ ਹੁੰਦੇ ਨੇ, ਅਤੇ ਇਹ ਕਮਰਾ ਆਪਾਂ ਇੱਕ ਕਮਰੇ ਨੂੰ ਵੱਡਾ ਬਣਾ ਲਈਏ। ਇਹ ਕਮਰੇ ਦੇ ਵਿੱਚ ਨਾ ਤੁਸੀਂ ਕਹਿ ਲਓ ਕਿ ਸੈਮਨੀਫੈਰਸ ਟਿਬਿਊਲਸ ਹੁੰਦੀਆਂ ਨੇ, ਐਵੇਂ ਸੈਮਨੀਫੈਰਸ ਟਿਬਿਊਲਸ। ਅਤੇ ਉਹ ਸੈਮਨੀਫੈਰਸ ਟਿਬਿਊਲਸ ਦੇ ਅੰਦਰ ਕੀ ਹੁੰਦਾ, ਆਪਣੇ ਸਪਰਮਸ ਬਣਦੇ ਨੇ। ਬਟ ਜਿਹੜਾ ਆਹ ਕਮਰੇ ਦੇ ਬਾਹਰੋਂ ਬਾਹਰ, ਜਿਹੜਾ ਕਮਰੇ ਦੇ ਬਾਹਰੋਂ ਬਾਹਰ ਆਪਣੇ ਕੋਲ ਜਗ੍ਹਾ ਨਹੀਂ ਬਚੀ ਹੋਈ, ਆਹ ਚੀਜ਼ ਆ ਜਿਹੜੀ ਬਾਹਰ ਆ, ਇੱਥੇ ਆਪਣੇ ਕੋਲ ਕੀ ਹੁੰਦੇ ਆ, ਲੇਡਿੰਗ ਸੈਲਸ ਪ੍ਰੈਜ਼ੈਂਟ ਹੁੰਦੇ ਨੇ। ਕੀ ਪ੍ਰੈਜ਼ੈਂਟ ਹੁੰਦੇ ਨੇ, ਲੇਡਿੰਗ ਸੈਲਸ, ਜਿਨ੍ਹਾਂ ਦਾ ਕੰਮ ਕੀ ਹੁੰਦਾ ਕਿ ਉਹਨਾਂ ਨੇ ਕੀ ਬਣਾਉਣਾ ਹੁੰਦਾ। ਲੇਡਿੰਗ ਸੈਲਸ ਨੇ ਲੇਡਿੰਗ ਸੈਲਸ ਨੇ ਕੀ ਕਰਨਾ ਹੁੰਦਾ, ਲੇਡਿੰਗ ਸੈਲਸ ਨੇ ਐਂਡਰੋਜਨ ਪ੍ਰੋਡਿਊਸ ਕਰਨੇ ਹੁੰਦੇ ਨੇ। ਐਂਡਰੋਜਨ ਮਤਲਬ ਟੈਸਟੋਸਟੇਰੋਨ ਇੱਕ ਟਾਈਪ ਦਾ ਐਂਡਰੋਜਨ ਹੀ ਆ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਾਂ ਕੀ ਦੇਖਦੇ ਹਾਂ, ਆਪਾਂ ਐਲਐਚ ਦਾ ਫੰਕਸ਼ਨ ਦੇਖਦੇ ਹਾਂ ਫੀਮੇਲਸ ਦੇ ਵਿੱਚ ਕੀ ਆ। ਇਹ ਕੀ ਕਰਦੇ ਨੇ, ਇਹ ਆਪਣੇ ਕੋਲ ਜਿਹੜਾ ਮੈਚਿਓਰ, ਮੈਂ ਤੁਹਾਨੂੰ ਗ੍ਰਾਫੀਅਨ ਫੋਲੀਕਲਸ ਮੈਂ ਤੁਹਾਨੂੰ ਬਣਾ ਕੇ ਨਹੀਂ ਦਿਖਾਏ ਸੀ, ਫੋਲੀਕਲਸ ਐਵੇਂ ਕਿ ਪ੍ਰਾਇਮਰੀ, ਫਿਰ ਸੈਕੰਡਰੀ, ਫਿਰ ਟਰਸ਼ਰੀ, ਫਿਰ ਗ੍ਰਾਫੀਅਨ ਸੀਗਾ, ਅਤੇ ਮੈਚਿਓਰ ਹੋ ਗਿਆ ਸੀ ਨਾ। ਫਿਰ ਇਹ ਮੈਚਿਓਰ ਗ੍ਰਾਫੀਅਨ ਫੋਲੀਕਲ ਫਟ ਜਾਂਦਾ। ਠੀਕ ਹੈ, ਇਹ ਜਦ ਮੈਚਿਓਰ ਗ੍ਰਾਫੀਅਨ ਫੋਲੀਕਲ ਫਟ ਜਾਂਦਾ, ਅਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਆਪਾਂ ਨੂੰ ਓਵਮ ਨਿਕਲਦਾ ਉਹਦੇ ਵਿੱਚੋਂ। ਠੀਕ ਹੈ, ਜਿਹੜਾ ਮੈਚਿਓਰ ਗ੍ਰਾਫੀਅਨ ਫੋਲੀਕਲ ਆ ਇਹ ਕੀ ਕਰਦਾ, ਮੈਚਿਓਰ ਗ੍ਰਾਫੀਅਨ ਫੋਲੀਕਲ ਨੂੰ ਰਪਚਰ ਕਰਦਾ। ਐਲਐਚ ਕੀ ਕਰਦਾ, ਜਿਹੜਾ ਆਪਣੇ ਕੋਲ ਐਫਐਸਐਚ ਸੀਗਾ ਉਹ ਓਵੇਰੀਅਨ ਫੋਲੀਕਲਸ ਨੂੰ ਗਰੋ ਕਰਦਾ, ਪ੍ਰਾਇਮਰੀ ਟੂ ਸੈਕੰਡਰੀ, ਸੈਕੰਡਰੀ ਟੂ ਟਰਸ਼ਰੀ, ਦੈਨ ਮੈਚਿਓਰ ਗ੍ਰਾਫੀਅਨ ਫੋਲੀਕਲ। ਬਟ ਜਿਹੜਾ ਐਲਐਚ ਆ ਉਹ ਕੀ ਕਰਦਾ, ਉਹ ਆਪਣੇ ਕੋਲ ਰਪਚਰ ਕਰਾਉਂਦਾ। ਕੀ ਕਰਦਾ, ਰਪਚਰ ਮੈਚਿਓਰ ਗ੍ਰਾਫੀਅਨ ਫੋਲੀਕਲ। ਉਹ ਮੈਚਿਓਰ ਗ੍ਰਾਫੀਅਨ ਫੋਲੀਕਲ ਨੂੰ ਰਪਚਰ ਕਰਾਉਂਦਾ। ਰਪਚਰ ਕਰਨ ਤੋਂ ਬਾਅਦ ਕੀ ਹੋ ਜਾਂਦੀ ਆਪਣੇ ਕੋਲ, ਓਵੂਲੇਸ਼ਨ ਹੋ ਜਾਂਦੀ ਆ, ਅਤੇ ਉਹਦੇ ਵਿੱਚੋਂ ਕੀ ਨਿਕਲਦਾ, ਓਵਾ ਨਿਕਲਦਾ। ਅਤੇ ਫਿਰ ਓਵਾ ਸਪਰਮ ਦੇ ਨਾਲ ਕਨੈਕਟ ਹੋ ਕੇ ਆਪਣੇ ਕੋਲ ਕੀ ਬਣਾ ਦਿੰਦਾ, ਜ਼ਾਇਗੋਟ ਬਣਾ ਦਿੰਦਾ। ਅਤੇ ਬਾਈ ਚਾਂਸ ਆਪਣੇ ਕੋਲ ਸਪਰਮ ਨਾ ਆਵੇ, ਫਿਰ ਮੈਂਸਟਰੁਅਲ ਸਾਈਕਲ ਹੁੰਦਾ, ਔਰ ਜਿਹਨੂੰ ਆਪਾਂ ਪੀਰੀਅਡਸ ਕਹਿ ਦਿੰਦੇ ਫੀਮੇਲਸ ਦੇ ਵਿੱਚ, ਉਹ ਵੀ ਤੁਸੀਂ ਪੂਰਾ ਡਿਟੇਲ ਦੇ ਵਿੱਚ ਕਿਹਦੇ ਵਿੱਚ ਪੜ੍ਹੋਗੇ, ਹਿਊਮਨ ਰੀਪਰੋਡਕਸ਼ਨ ਦੇ ਵਿੱਚ। ਬਹੁਤ ਇੰਟਰਸਟਿੰਗ ਚੈਪਟਰ ਆ। ਠੀਕ ਹੈ, ਅਤੇ ਉਸ ਤੋਂ ਬਾਅਦ ਇਹਦਾ ਦੂਜਾ ਕੰਮ ਵੀ ਇੱਕ ਤਾਂ ਨੇ ਪਹਿਲਾਂ ਰਪਚਰ ਕਰਾਉਣਾ ਮੈਚਿਓਰ ਗ੍ਰਾਫੀਅਨ ਫੋਲੀਕਲ ਨੂੰ, ਅਤੇ ਓਵੂਲੇਸ਼ਨ ਕਰਾਉਣੀ ਹੈ। ਅਤੇ ਦੂਜਾ ਇਹਦਾ ਜੋ ਕੰਮ ਹੈ ਉਹ ਹੈਗਾ ਏ ਟੂ ਪ੍ਰੋਡਿਊਸ ਕਾਰਪਸ ਲਿਊਟੀਅਮ। ਹੁਣ ਤੁਸੀਂ ਕਹੋਗੇ ਭਾਈ ਇਹ ਕਿਹੜੀ ਬਲਾ ਆ ਗਈ, ਇਹ ਆਪਣੇ ਕੋਲ ਇਹ ਜਿਹੀ ਬਲਾ ਏ ਕਿ ਜਿਹੜਾ ਮੈਂ ਤੁਹਾਨੂੰ ਬਣਾ ਕੇ ਦਿਖਾਇਆ ਸੀ, ਜਿਹੜਾ ਮੈਂ ਤੁਹਾਨੂੰ ਓਵਰੀ ਦਾ ਸਟਰਕਚਰ ਨਹੀਂ ਬਣਾ ਕੇ ਦਿਖਾਇਆ ਸੀ, ਦੈਸ। ਠੀਕ ਹੈ, ਅਤੇ ਆਪਣੇ ਕੋਲ ਆ ਕੀ ਸੀਗੇ, ਫੋਲੀਕਲਸ। ਠੀਕ ਹੈ, ਉਸ ਤੋਂ ਬਾਅਦ ਠੀਕ ਹੈ ਮੈਂ ਪੂਰਾ ਲੇਬਲ ਹੀ ਕਰ ਦਿੰਦੀ ਹੁਣ ਤੁਹਾਨੂੰ, ਉਹ ਤੇਰੀ ਮੈਂ ਡਿਲੀਟ ਹੀ ਕਰਤਾ, ਸੌਰੀ। ਠੀਕ ਹੈ,
ठीक है, मैं जस्ट इरेज करन लगी सी, मैं डिलीट है करता। ठीक है, इत्थों ना मैं थोड़ा समझाऊँगी इत्थे की चीज़ करनी आपां। ठीक है, तो आ ले लिए थोड़ा जा ब्रश नू थिन कर दिया। हुण अपने कोल आ की आ प्राइमरी फॉलिकल, ओ साइड ऑफ प्राइमरी फॉलिकल। ठीक है, आ अपने कोल सैकेंडरी फॉलिकल, आ अपने कोल टर्शरी फॉलिकल एंड आ अपने कोल की आ मैच्योर ग्रैफियन फॉलिकल। ठीक है, एंड इत्थे जी अपने कोल बाहर निकलिया ओवा, क्योंकि इत्थे अपने कोल की होगी ओवलिएशन एंड ये अपने कोल की आ ओवा। एंड आ अपने कोल की आ कॉर्पस ल्यूटियम। ठीक है, जेड़ा आपां बला दे बारे पढ़ रहे सी, दैट इज कॉर्पस ल्यूटियम। अपने कोल जेड़ा मैच्योर ग्रैफिन फॉलिकल रप्चर हो गया तो ਉਹਦੇ ਵਿੱਚੋਂ अपने कोल ओवा निकल गया। उस तो बाद ਜਿਹੜੀ ਚੀਜ਼ਾਂ ਬਚੀਆਂ ਹੁੰਦੀਆਂ ਨੇ ਮੈच्योर ग्रैफिन फॉलिकल ਦੀਆਂ, ਉਹ ਕਿਹਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ ਕੌਰਪਸ ल्यूटियम ਦੇ ਵਿੱਚ। ਸੋ ਆਪਣਾ ਜਿਹੜਾ LH ਆ, LH ਦਾ ਕੰਮ ਕੀ ਆ? LH ਦਾ ਕੰਮ ਇਹ ਆ ਕਿ ਜਿਹੜਾ ਆਪਣੇ ਕੋਲ ਉਹਨੇ ਇੱਕ ਤਾਂ ਮੈच्योर ग्रैफिन फॉलिकल ਨੂੰ ਕੀ ਕਰਨਾ? ਰਪਚਰ ਕਰਨਾ, ਪਲੱਸ ਉਹਨੇ ਕੀ ਕਰਨਾ? ਉਹਨੇ ਕੌਰਪਸ ल्यूटियम ਨੂੰ प्लस उन्हें कॉर्पस ल्यूटियम ने की करना? फॉर्म करना। ऑलराइट, उस तो बाद अपने सारे हार्मोन्स कंप्लीट हो गए पिट्यूटरी ग्लैंड दे एंड लास्ट अपने को जस्ट की बचे हैं डिसऑर्डर्स बचे ने ग्रोथ हार्मोन दे। अब आओ देखते हैं, दैट इज डिसऑर्डर्स ऑफ ग्रोथ। चल पूछ की पूछना, OTP 10 2 मिनट रुकियो, आई नहीं हले मेरे को उन्होंने मुझे इन्हीं 2 मिनट आ गई 1279। सॉरी फॉर द इंटरप्शन। मेरा ब्रदर आया सी, उन्हें पता नहीं कि मैच मुंडिਆਂ ਨੂੰ ਤਾਂ मैच ਬਾਲੀ पसंद नहीं पई। मैं एक बार मैच देखा सी वर्ल्ड कप ਦਾ, ਹਰਾਤਾ। ਐਮ ਸੋ ਰੀਲਾਂ ਨਹੀਂ ਇੰਨੀਆਂ ਫੇਮਸ ਹੋਈਆਂ ਸੀ ਬਈ ਕਿਹੜੇ ਇਹੋ ਜਿਹੇ ਨਿਕੰਮੇ ਲੋਕ ਨੇ ਜਿਨ੍ਹਾਂ ਨੇ ਪਹਿਲੀ ਵਾਰ ਵਰਲਡ ਕੱਪ ਦੇਖਿਆ। ਮੈਂ ਦੇਖਿਆ ਸੀ ਪਹਿਲੀ ਵਾਰ, ਵੀ ਇੰਨਾ ਇੰਟਰਸਟ ਪਿਆ ਸੀ ਨਾ ਮੈਨੂੰ ਕ੍ਰਿਕਟ ਦੇ ਵਿੱਚ, ਆਈ ਡੋਂਟ ਨੋ ਵਾਈ, ਬਹੁਤ ਜ਼ਿਆਦਾ ਵੀ ਬਸ ਤੁਸੀਂ ਕਹਿ ਰਹੇ ਹੋ ਨਿਗਾਹ ਉੱਥੇ ਗੱਡੀਆਂ ਹੋਈਆਂ ਸੀ, ਹੋਰ ਕੁਛ ਨਹੀਂ, ਬਟ ਹਾਰ ਗਈ। ਸੋ ਮੈਂ ਮੁੜ ਕੇ ਦੇਖਿਆ ਨਹੀਂ ਕੁਛ। ਓਕੇ, ਅਪਾਰਟ ਫਰੋਮ ਦਿਸ ਡਿਸਕਸ਼ਨ ਆਪਾਂ ਕੀ ਪੜ੍ਹ ਰਹੇ ਸੀ? ਡਿਸऑर्डर्स ਆਫ ਗਰੋਥ ਹਾਰਮੋਨ। ਠੀਕ ਹੈ, ਗਰੋਥ ਹਾਰਮੋਨ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਵੀ ਗਰੋਥ ਹਾਰਮੋਨ ਦਾ ਮੇਨਲੀ ਦਾ ਕੰਮ ਇਹ ਹੁੰਦਾ ਕਿ ਉਹਨੇ ਸਾਰੇ ਪੂਰੇ ਬੋਡੀ ਪਾਰਟਸ ਦੀ ਕੀ ਕਰਨੀ? ਗਰੋਥ ਕਰਨੀ। ਬਟ ਇਨ ਚਾਂਸ ਕੋਈ ਬੋਨਾ ਰਹਿ ਜਾਏ ਜਾਂ ਫਿਰ ਕੋਈ ਜ਼ਿਆਦਾ ਹੀ ਵੱਡਾ ਹੋ ਜਾਏ, ਗ੍ਰੇਟ ਖਲੀ ਇਜ਼ ਦਾ ਬਿਗੇਸਟ ਐਗਜ਼ਾਮਪਲ। ਠੀਕ ਹੈ, ਫਿਰ ਉਹਦੇ ਬਾਰੇ ਆਪਾਂ ਡਿਸऑर्डर्स ਹੁੰਦੇ ਨੇ ਆਪਾਂ ਉਹ ਪੜ੍ਹਨਾ। ਠੀਕ ਹੈ, ਲੈਟਸ ਸੀ। ਓਕੇ, ਚਲੋ ਲੈਟਸ ਟਾਕ। ਸੋ ਆਪਣੇ ਕੋਲ ਗਰੋਥ ਹਾਰਮੋਨ, ਆਪਣੇ ਕੋਲ ਜਾਂ ਹੁਣ ਗਰੋਥ ਜਿਹੜੇ ਆਪਣੇ ਕੋਲ ਡਿਸऑर्डर्स ਨੇ ਰਿਲੇਟਡ ਟੂ ਗਰੋਥ ਹਾਰਮੋਨ, ਉਹ 2 ਕਾਰਨਾਂ ਕਰਕੇ ਹੋ ਸਕਦੇ ਨੇ। ਠੀਕ ਹੈ, ਜਾਂ ਤਾਂ ਉਹ ਹਾਈਪੋਸਕ੍ਰੀਸ਼ਨ ਕਰਨ। ਹਾਈਪੋਸਕ੍ਰੀਸ਼ਨ ਦਾ ਭਾਵ ਕਿ ਜਿਹੜਾ ਆਪਣੇ ਕੋਲ ਗਰੋਥ ਹਾਰਮੋਨ ਆ ਉਹਦੀ ਘੱਟ ਸਕ੍ਰੀਸ਼ਨ ਹੋ ਜੇ। ਦੂਜਾ ਆਪਣੇ ਕੋਲ ਬਿਮਾਰੀ ਤਾਂ ਲੱਗ ਸਕਦੀ ਕਿ ਉਹਦੀ ਜ਼ਿਆਦਾ ਹੀ ਸਕ੍ਰੀਸ਼ਨ ਹੋ ਜੇ। ਠੀਕ ਹੈ, ਸੋ ਆਪਣੇ ਕੋਲ 2 ਚੀਜ਼ਾਂ ਕਰਕੇ ਬਿਮਾਰੀ ਹੋ ਸਕਦੀ ਹੈ। ਗਰੋਥ ਹਾਰਮੋਨ ਜਾਂ ਤਾਂ ਘੱਟ ਰਿਲੀਜ਼ ਹੋਵੇ ਜਾਂ ਕੁਝ ਜ਼ਿਆਦਾ ਰਿਲੀਜ਼ ਹੋਵੇ। ਹਾਈਪੋਸਕ੍ਰੀਸ਼ਨ ਮਤਲਬ ਘੱਟ ਸਕਰੀਟ ਹੋਵੇ ਗਰੋਥ ਹਾਰਮੋਨ, ਐਂਡ ਹਾਈਪਰ ਸਕ੍ਰੀਸ਼ਨ ਮਤਲਬ ਕੁਛ ਜ਼ਿਆਦਾ ਹੀ ਸਕਰੀਟ ਹੋ ਜਾਏ। ਹੁਣ ਸਭ ਤੋਂ ਪਹਿਲਾਂ ਆਪਾਂ ਹਾਈਪਰ ਸਕ੍ਰੀਸ਼ਨ ਬਾਰੇ ਪੜ੍ਹਦੇ ਹਾਂ। ਹਾਈਪਰ ਸਕ੍ਰੀਸ਼ਨ ਦੇ ਵਿੱਚ ਆਪਣੇ ਕੋਲ ਕੀ ਆਉਂਦੇ ਨੇ? 2 ਟਾਈਪ ਦੀਆਂ ਬਿਮਾਰੀਆਂ ਆਉਂਦੀਆਂ ਨੇ ਹਾਈਪਰ ਸਕ੍ਰੀਸ਼ਨ ਦੇ ਵਿੱਚ। ਆਪਣੇ ਕੋਲ 2 ਟਾਈਪ ਦੀਆਂ ਬਿਮਾਰੀਆਂ ਆਉਂਦੀਆਂ, ਇੱਕ ਆਉਂਦਾ ਆਪਣੇ ਕੋਲ ਡਵਾਰਫਿਜ਼ਮ ਤੇ ਦੂਜਾ ਆਪਣੇ ਕੋਲ ਆਉਂਦਾ ਐਕਰੋਮਿਕਰੀਆ। ਕੀ ਆਉਂਦਾ? ਐਕਰੋਮਿਕਰੀਆ। ਠੀਕ ਹੈ, 2 ਟਾਈਪ ਦੀ ਬਿਮਾਰੀਆਂ ਆਉਂਦੀਆਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਡਵਾਰਫਿਜ਼ਮ ਬਾਰੇ ਕਿ ਡਵਾਰਫਿਜ਼ਮ ਕੀ ਹੁੰਦਾ। ਡਵਾਰਫਿਜ਼ਮ ਨਾਮ ਤੋਂ ਪਤਾ ਚੱਲ ਰਿਹਾ ਕਿ ਕੋਈ ਡਵਾਰਫ ਰਹਿ ਗਿਆ। ਡਵਾਰਫ ਮਤਲਬ ਛੋਟਾ ਰਹਿ ਗਿਆ। ਇਹਦੀ ਕੀ ਹੁੰਦੀ ਆ ਕਿ ਇਹਦੀ ਜਿਹੜੀ ਓਵਰਆਲ ਹਾਈਟ ਆ, ਓਵਰਆਲ ਹਾਈਟ ਕੀ ਆ? ਛੋਟੀ ਰਹਿ ਜਾਂਦੀ ਆ। ਓਵਰਆਲ ਹਾਈਟ ਸ਼ਾਰਟ, ਓਵਰਆਲ ਹਾਈਟ ਕੀ ਛੋਟੀ ਰਹਿ ਜਾਂਦੀ ਹੈ। ਐਂਡ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਮਿਡਗਟਸ। ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਮਿਡਗਟਸ। ਜਿਹੜੇ ਬੌਣੇ ਨਹੀਂ ਹੁੰਦੇ, ਬੌਣਾ ਰਹਿ ਗਿਆ, ਬੌਣਾ ਮਤਲਬ ਜਿਹਦੀ ਹਾਈਟ ਛੋਟੀ ਰਹਿ ਗਈ,
ਉਹਨੂੰ ਆਪਾਂ ਡਵਾਰਫਿਜ਼ਮ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਦੂਜੀ ਆਪਣੀ ਬਿਮਾਰੀ ਸੀਗੀ ਐਕਰੋਮਿਕਰੀਆ। ਐਕਰੋਮਿਕਰੀਆ ਦੇ ਵਿੱਚ ਕੀ ਹੁੰਦਾ, ਐਕਰੋਮਿਕਰੀਆ ਦੇ ਵਿੱਚ ਆਪਣੇ ਕੋਲ ਸਪੈਸੀਫਿਕ ਬੋਡੀ ਪਾਰਟਸ ਛੋਟੇ ਰਹਿ ਜਾਂਦੇ ਨੇ, ਸਪੈਸੀਫਿਕ ਬੋਡੀ ਪਾਰਟਸ ਛੋਟੇ ਰਹਿ ਜਾਂਦੇ ਨੇ, ਠੀਕ ਹੈ। ਫੋਰ ਐਗਜ਼ਾਮਪਲ ਆਪਣਾ ਹੈਂਡ, ਆਪਣਾ ਫੀਟ, ਹੱਥ, ਪੈਰ, ਠੀਕ ਹੈ, ਐਕਸੈਕਟਰਾ। ਅਤੇ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਾਂ ਕਿ ਜਿਹੜਾ ਆਪਣੇ ਕੋਲ ਡਵਾਰਫਿਜ਼ਮ ਆ ਇਹ ਆਪਣੇ ਕੋਲ ਬਿਫੋਰ ਪਿਊਬਰਟੀ ਹੁੰਦਾ। ਹੁਣ ਤੁਸੀਂ ਕਹੋਗੇ ਵੀ ਪਿਊਬਰਟੀ ਕੀ ਹੁੰਦਾ? ਪਿਊਬਰਟੀ ਦਾ ਮਤਲਬ ਕਿ ਮੇਲਸ ਦੇ ਵਿੱਚ ਹਲੇ ਸਪਰਮਸ ਬਣਨੇ ਸ਼ੁਰੂ ਨਹੀਂ ਹੋਏ, ਉਹਨਾਂ ਦੀ ਬੀਅਰਡ ਆਉਣੀ ਸ਼ੁਰੂ ਨਹੀਂ ਹੋਈ, ਉਹਨਾਂ ਦੀ ਪਿਚ ਥੋੜ੍ਹੀ ਜਿਹੀ ਲੋ ਹੋਣੀ ਸ਼ੁਰੂ ਨਹੀਂ ਹੋਈ, ਹੈ ਨਾ, ਉਹਨਾਂ ਦੇ ਸ਼ੋਲਡਰਸ ਬਰੋਡ ਹੋਣੇ ਨਹੀਂ ਸ਼ੁਰੂ ਹੋਏ। ਇਹ ਸਭ ਚੀਜ਼ਾਂ ਉਹਨਾਂ ਵਿੱਚ ਨਹੀਂ ਹੁੰਦੀਆਂ। ਅਤੇ ਫੀਮੇਲਸ ਦੇ ਵਿੱਚ ਫੋਰ ਐਗਜ਼ਾਮਪਲ ਮੈਮਰੀ ਗਲੈਂਡਸ ਡਿਵੈਲਪ ਨਹੀਂ ਹੋਏ ਹੁੰਦੇ, ਹਲੇ ਓਵਾ ਬਣਨਾ ਸ਼ੁਰੂ ਨਹੀਂ ਹੁੰਦਾ ਹੈਗਾ, ਠੀਕ ਹੈ। ਇਹ ਅਤੇ ਉਹਨਾਂ ਦੀ ਹਾਈ ਪਿਚ ਵੋਇਸ ਨਹੀਂ ਹੁੰਦੀ, ਇਹ ਸਭ ਚੀਜ਼ਾਂ ਨਹੀਂ, ਹਿਪਸ ਨਹੀਂ ਵੱਡੀਆਂ ਹੁੰਦੀਆਂ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਬਿਫੋਰ ਪਿਊਬਰਟੀ। ਬਿਫੋਰ ਪਿਊਬਰਟੀ ਮਤਲਬ ਆਪਾਂ ਰੀਪਰੋਡਿਊਸ ਨਹੀਂ ਕਰ ਸਕਦੇ, ਆਪਾਂ ਬੱਚੇ ਨੂੰ ਕਨਸੀਵ ਨਹੀਂ ਕਰ ਸਕਦੇ। ਅਤੇ ਜਿਹੜਾ ਦੂਜੀ ਬਿਮਾਰੀ ਆ ਦੈਟ ਇਜ਼ ਐਕਰੋਮਿਕਰੀਆ। ਐਕਰੋਮਿਕਰੀਆ ਆਪਣੇ ਕੋਲ ਆਫਟਰ ਪਿਊਬਰਟੀ ਹੁੰਦਾ। ਆਫਟਰ ਪਿਊਬਰਟੀ ਦਾ ਭਾਵ ਕਿ ਉਹ ਸਟੇਜ ਵੀ ਆਪਾਂ ਹੁਣ ਕਨਸੀਵ ਕਰ ਸਕਦੇ ਹਾਂ ਬੱਚੇ ਨੂੰ, ਆਪਾਂ ਰੀਪਰੋਡਕਟਿਵ ਏਜ ਦੇ ਵਿੱਚ ਆ ਗਏ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਣੇ ਕੋਲ ਦੂਜੀ ਟਾਈਪ ਦੀ ਬਿਮਾਰੀ ਕਿਸ ਕਰਕੇ ਹੁੰਦੀ ਸੀ? ਹਾਈਪਰ ਸਿਕ੍ਰੀਸ਼ਨ ਕਰਕੇ। ਹਾਈਪਰ ਸਿਕ੍ਰੀਸ਼ਨ ਦੇ ਵਿੱਚ ਵੀ ਦੋ ਟਾਈਪ ਦੀਆਂ ਬਿਮਾਰੀਆਂ ਨੇ। ਇੱਕ ਹੈਗੀ ਆ ਜਿਐਂਟਿਜ਼ਮ, ਨਾਮ ਤੋਂ ਪਤਾ ਚੱਲ ਰਿਹਾ ਕੁਛ ਜਿਐਂਟ ਵੱਡਾ ਹੋ ਗਿਆ, ਗ੍ਰੇਟ ਖਾਲੀ ਜੈਂਟ ਛੋਟਾ ਬੰਦਾ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਐਕਰੋਮੀਗੈਲੀ, ਠੀਕ ਹੈ। ਹਾਈਪਰ ਸਿਕ੍ਰੀਸ਼ਨ ਦੇ ਕਰਕੇ ਦੋ ਬਿਮਾਰੀਆਂ ਹੁੰਦੀਆਂ, ਅੱਗੇ ਹੁੰਦਾ ਜਿਐਂਟਿਜ਼ਮ, ਇੱਕ ਹੁੰਦਾ ਐਕਰੋਮੀਗੈਲੀ, ਠੀਕ ਹੈ। ਹੁਣ ਜਿਐਂਟਿਜ਼ਮ ਦੇ ਵਿੱਚ ਕੀ ਹੁੰਦਾ? ਜਿਐਂਟਿਜ਼ਮ ਪਹਿਲਾਂ ਗੱਲ ਇਹ ਦੱਸਦਾ ਕਿ ਇਹ ਹੁੰਦੀ ਆ ਬਿਫੋਰ ਪਿਊਬਰਟੀ। ਕਦੋਂ ਹੁੰਦੀ ਆ? ਬਿਫੋਰ ਪਿਊਬਰਟੀ, ਠੀਕ ਹੈ। ਐਂਡ ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਆਪਣੇ ਕੋਲ ਜਿਐਂਟਿਜ਼ਮ ਦੇ ਵਿੱਚ ਐਕਚੁਅਲ ਦੇ ਵਿੱਚ ਆਪਣੀ ਓਵਰਆਲ ਹਾਈਟ ਕੀ ਹੋ ਜਾਂਦੀ ਆ? ਵੱਧ ਜਾਂਦੀ ਆ। ਓਵਰਆਲ ਹਾਈਟ ਕੀ ਆ? ਇਨਲਾਰਜਡ ਹੋ ਜਾਂਦੀ ਆ। ਓਵਰਆਲ ਹਾਈਟ ਲਾਰਜ ਹੋ ਜਾਂਦੀ ਆ। ਖਲੀ ਸਾਹਿਬ ਐਗਜ਼ਾਮਪਲ, ਠੀਕ ਹੈ। KH ਪਤਾ ਨਹੀਂ ਜੋ ਵੀ ਲਾ ਲਓ ਨਾ, KHALI, ਠੀਕ ਹੈ। ਖਲੀ ਸਾਹਿਬ ਇਜ਼ ਐਗਜ਼ਾਮਪਲ ਆਫ ਜਿਐਂਟਿਜ਼ਮ, ਆਲਰਾਈਟ। ਉਸ ਤੋਂ ਬਾਅਦ ਆਪਣੇ ਕੋਲ ਦੂਜੀ ਬਿਮਾਰੀ ਆਉਂਦੀ ਸੀ ਦੈਟ ਇਜ਼ ਐਕਰੋਮੀਗੈਲੀ। ਐਂਡ ਐਕਰੋਮੀਗੈਲੀ ਆਪਾਂ ਨੂੰ ਆਫਟਰ ਪਿਊਬਰਟੀ ਹੁੰਦੀ ਹੈ। ਜਿਐਂਟਿਜ਼ਮ ਆਪਾਂ ਨੂੰ ਬਿਫੋਰ ਪਿਊਬਰਟੀ ਹੁੰਦਾ ਸੀ, ਐਕਰੋਮੀਗੈਲੀ ਆਪਾਂ ਨੂੰ ਆਫਟਰ ਪਿਊਬਰਟੀ ਹੁੰਦਾ, ਠੀਕ ਹੈ। ਐਂਡ ਇਹਦੇ ਵਿੱਚ ਕੀ ਹੁੰਦਾ? ਆਪਣੇ ਕੋਲ ਸਪੈਸੀਫਿਕ ਬੋਡੀ ਪਾਰਟਸ ਵੱਡੇ ਹੋ ਜਾਂਦੇ ਨੇ। ਕੀ ਹੋ ਜਾਂਦੇ ਨੇ? ਸਪੈਸੀਫਿਕ ਬੋਡੀ ਪਾਰਟਸ ਇਨਲਾਰਜਡ ਹੋ ਜਾਂਦੇ ਨੇ। ਬੋਡੀ ਪਾਰਟਸ ਗੈਟ ਇਨਲਾਰਜਡ, ਠੀਕ ਹੈ। ਫੋਰ ਐਗਜ਼ਾਮਪਲ ਆਪਣਾ ਹੱਥ, ਆਪਣੇ ਪੈਰ, ਆਪਣਾ ਜਵਾੜਾ, ਠੀਕ ਹੈ। ਹੈਂਡ, ਫੀਟ, ਜੌ, ਇਹ ਕੀ ਹੋਏ? ਸਪੈਸੀਫਿਕ ਬੋਡੀ ਪਾਰਟਸ ਇਨਲਾਰਜਡ ਹੋਏ। ਸੋ ਇੱਥੇ ਤੱਕ ਤੁਹਾਡਾ ਚੈਪਟਰ ਸਮਾਪਤ ਹੁੰਦਾ। ਹੁਣ ਕੁਇਕ ਰਿਵੀਜ਼ਨ, ਕਮ ਔਨ ਗਾਈਜ਼, ਆਪਾਂ ਲੈਟਸ ਡੂ ਕੁਇਕ ਰਿਵੀਜ਼ਨ, ਠੀਕ ਹੈ। ਇਹ ਕਿੱਥੇ ਆ? ਨੋਟਸ ਦੇ ਵਿੱਚ ਮੈਂ ਪੂਰਾ ਆ ਰਿਹਾ, ਠੀਕ ਹੈ। ਸੋ ਲੈਟਸ ਡੂ ਕੁਇਕ ਰਿਵੀਜ਼ਨ, ਫਟਾਫਟ ਆ ਜਾਓ ਇੱਥੇ। ਹੁਣ ਬਸ ਆਪਾਂ ਕੁਇਕ ਰਿਵੀਜ਼ਨ ਕਰਾਉਣੀ ਹੈ ਮੈਂ ਤੁਹਾਨੂੰ, ਅਤੇ ਲੈਟਸ ਡੂ, ਠੀਕ ਹੈ। ਆਪਣੇ ਕੋਲ ਕੀ ਆਉਂਦਾ? ਆਪਣੇ ਕੋਲ ਆ ਗਿਆ ਪਿਟਿਊਟਰੀ ਗਲੈਂਡ। ਇਹ ਚੇਂਜ ਕਿਉਂ ਨਹੀਂ ਕੀਤਾ ਕਲਰ ਇਹਨੇ? ਠੀਕ ਹੈ। ਪਿਟਿਊਟਰੀ ਗਲੈਂਡ ਆ ਗਈ, ਜਿਹਨੂੰ ਆਪਾਂ ਮਾਸਟਰ ਗਲੈਂਡ ਕਹਿੰਦੇ ਆ। ਇਹ ਓਰੀਜਨ ਕੀ ਹੁੰਦਾ? ਐਕਟੋਡਰਮਲ ਹੁੰਦਾ। ਅਤੇ ਇਹਦੀ ਲੋਕੇਸ਼ਨ ਕੀ ਹੁੰਦੀ ਹੈ? ਅੰਦਰ ਕੈਵਿਟੀ ਖਾਲੀ ਸਪੇਸ ਹੁੰਦਾ, ਸਿਫਨੋਇਡ ਬੋਨ, ਜਿਹਨੂੰ ਆਪਾਂ ਸਿਲਿਕਾ ਟਰਸਿਕਾ ਕਹਿ ਦਿੰਦੇ ਹਾਂ। ਅਤੇ ਆਪਾਂ ਪਿਟਿਊਟਰੀ ਗਲੈਂਡ ਨੂੰ ਹੋਰ ਕੀ ਕਹਿ ਦਿੰਦੇ? ਹਾਈਪੋਫਾਈਸਿਸ ਕਹਿ ਦਿੰਦੇ ਹਾਂ। ਅਤੇ ਆਪਣੇ ਕੋਲ ਪਿਟਿਊਟਰੀ ਗਲੈਂਡ ਦੇ ਅੱਗੇ ਦੋ ਟਾਈਪਸ ਨਹੀਂ ਕਹਿ ਸਕਦੇ, ਬਟ ਦੋ ਪਾਰਟਸ ਨੇ, ਇੱਕ ਇੰਟੀਰੀਅਰ ਪਿਟਿਊਟਰੀ, ਇੱਕ ਪੋਸਟੀਰੀਅਰ ਪਿਟਿਊਟਰੀ। ਇੱਕ ਇੰਟੀਰੀਅਰ ਪਿਟਿਊਟਰੀ, ਇੱਕ ਪੋਸਟੀਰੀਅਰ ਪਿਟਿਊਟਰੀ, ਠੀਕ ਹੈ। ਅਤੇ ਜਿਹੜਾ ਇੰਟੀਰੀਅਰ ਪਿਟਿਊਟਰੀ ਆ ਉਹਨੂੰ ਆਪਾਂ ਅਡੀਨੋ ਹਾਈਪੋਫਾਈਸਿਸ ਵੀ ਕਹਿ ਦਿੰਦੇ ਹਾਂ। 75% ਕੌਨਸਟੀਟਿਊਟ ਕਰਦਾ ਪੋਸਟੀਰੀਅਰ ਮਤਲਬ ਪਿਟਿਊਟਰੀ ਗਲੈਂਡ ਦਾ 75% ਜਿਹੜਾ ਹਿੱਸਾ ਹੈ ਉਹ ਕੀ ਆ?
ਐਂਟੀਰੀਅਰ ਪਿਟਿਊਟਰੀ ਮਤਲਬ ਅਡੀਨੋ ਹਾਈਪੋਫਾਈਸਿਸ। ਇਹਦੇ ਦੋ ਲੋਬਸ ਨੇ ਜਿਹਨੂੰ ਆਪਾਂ ਪਾਰਸ ਡਿਸਟੈਲਿਸ ਤੇ ਪਾਰਸ ਇੰਟਰਮੀਡੀਆ ਕਹਿ ਦਿੰਦੇ ਹਾਂ, ਤੇ ਦੂਜੇ ਪਾਸੇ ਆਪਣੇ ਕੋਲ ਪੋਸਟੀਰੀਅਰ ਪਿਟਿਊਟਰੀ ਜਿਹਨੂੰ ਆਪਾਂ ਨਿਊਰੋ ਹਾਈਪੋਫਾਈਸਿਸ ਕਹਿ ਦਿੰਦੇ ਹਾਂ। ਐਂਡ ਇਹ ਕਿੰਨਾ ਹਿੱਸਾ ਕੌਨਸਟੀਟਿਊਟ ਕਰਦਾ, ਦੈਟ ਇਜ਼ 25% ਹਿੱਸਾ ਕੌਨਸਟੀਟਿਊਟ ਕਰਦਾ। ਐਂਡ ਇਹਦੇ ਕੋਲ ਇੱਕ ਲੋਬ ਹੁੰਦਾ, ਦੈਟ ਇਜ਼ ਪਾਰਸ ਨਰਵੋਸਾ। ਇਹ ਕੀ ਆ, ਨਿਊਰੋ ਹਾਈਪੋਫਾਈਸਿਸ। ਐਨ ਨਰਵੋਸਾ, ਇਹ ਇੱਥੋਂ ਐਨ ਤੋਂ ਯਾਦ ਰੱਖਿਓ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਨੋਟ ਆਉਂਦਾ ਜੋ ਮੈਂ ਤੁਹਾਨੂੰ ਪੂਰਾ ਚੰਗੀ ਤਰੀਕੇ ਨਾਲ ਸਮਝਾਤਾ ਸੀ ਕਿ ਆਪਣੇ ਕੋਲ ਹਿਊਮਨਸ ਦੇ ਵਿੱਚ ਪਾਰਸ ਇੰਟਰਮੀਡੀਆ ਮਰਜ ਹੋ ਜਾਂਦਾ ਪਾਰਸ ਡਿਸਟੈਲਿਸ ਦੇ ਨਾਲ। ਇਸ ਕਰਕੇ ਜਿਹੜੇ ਸਾਰੇ ਹਾਰਮੋਨਸ ਆਪਾਂ ਨੂੰ ਮਿਲਣਗੇ ਉਹ ਪਾਰਸ ਡਿਸਟੈਲਿਸ ਦੇ ਵਿੱਚ ਹੀ ਮਿਲਣਗੇ। ਬਟ ਦੂਜੇ ਪਾਸੇ ਆਪਣੇ ਤਿਰੰਗੀ ਐਨੀਮਲਸ, ਇਹਨਾਂ ਦਾ ਜਿਹੜਾ ਪਾਰਸ ਇੰਟਰਮੀਡੀਆ ਅਤੇ ਪਾਰਸ ਡਿਸਟੈਲਿਸ ਕੀ ਹੁੰਦਾ, ਅਲੱਗ-ਅਲੱਗ ਹੁੰਦਾ। ਅਤੇ ਪਾਰਸ ਇੰਟਰਮੀਡੀਆ ਦੇ ਕੋਲ ਕੀ ਹੁੰਦਾ, ਸਿਰਫ ਔਰ ਸਿਰਫ ਇੱਕ ਹਾਰਮੋਨ ਹੁੰਦਾ, ਦੈਟ ਇਜ਼ MSH। ਕੀ ਹੁੰਦਾ, MSH। ਅੱਗੇ ਚੱਲਦੇ ਹਾਂ ਆਪਾਂ, ਠੀਕ ਹੈ। ਸਾਰੇ ਮੈਂ ਜਿਹੜਾ ਤੁਹਾਨੂੰ ਕਹਿ ਰਹੀ ਸੀ ਪੂਰਾ ਬਾਕਸ ਦੇ ਵਿੱਚ ਬਣਾ ਕੇ ਰੱਖਿਆ ਹੋਇਆ, ਇਹ ਰਿਹਾ ਤੁਹਾਡਾ, ਠੀਕ ਹੈ। ਇਹਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਕੀ ਹੁੰਦਾ, GH, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਗਰੋਥ ਹਾਰਮੋਨ। ਇਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ, ਇਹਨੂੰ ਆਪਾਂ ਸਮੈਟੋਟ੍ਰੋਫਿਨ ਵੀ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ, ਸਮੈਟੋਟ੍ਰੋਫਿਨ। ਗਰੋਥ ਹਾਰਮੋਨ ਆਪਾਂ ਸਮੈਟੋਟ੍ਰੋਫਿਨ ਵੀ ਕਹਿੰਦੇ। ਯਾਦ ਕਰੋ, ਗਰੋਥ ਹਾਰਮੋਨ ਰਿਲੀਜ਼ਿੰਗ ਹਾਰਮੋਨ ਨੂੰ ਕੀ ਕਹਿੰਦੇ ਸੀ, ਸਮੈਟੋਕਾਈਨ। ਤੇ ਗਰੋਥ ਹਾਰਮੋਨ ਇਨਹਿਬਿਟਿੰਗ ਹਾਰਮੋਨ ਨੂੰ, ਫਟਾਫਟ ਤੁਸੀਂ ਦੱਸੋਗੇ ਮੈਨੂੰ, ਗਰੋਥ ਹਾਰਮੋਨ ਇਨਹਿਬਿਟਿੰਗ ਹਾਰਮੋਨ ਨੂੰ ਆਪਾਂ ਕੀ ਕਹਿੰਦੇ ਸੀਗੇ, ਸਮੈਟੋਸਟੈਟਿਨ। ਉਹਨੂੰ ਕੀ ਕਹਿੰਦੇ ਸੀਗੇ, ਰਿਲੀਜ਼ਿੰਗ ਵਾਲੇ ਨੂੰ ਸਮੈਟੋਕਾਈਨ। ਆਲਰਾਈਟ, ਤੇ ਆਪਣੇ ਕੋਲ ਗਰੋਥ ਹਾਰਮੋਨ ਬਾਰੇ ਕੀ ਕਹਿੰਦੇ ਆ, ਸਮੈਟੋਟ੍ਰੋਫਿਨ। ਗਰੋਥ ਹਾਰਮੋਨ ਆ ਗਿਆ, ਇਹ ਸਾਰੇ ਬੋਡੀ ਪਾਰਟਸ ਦੇ ਟਾਰਗੇਟ ਹੁੰਦੇ ਨੇ, ਇਹਨੇ ਓਵਰਆਲ ਗਰੋਥ ਤੇ ਡਿਵੈਲਪਮੈਂਟ ਕਰਾਉਂਦਾ, ਠੀਕ ਹੈ। ਉਸ ਤੋਂ ਬਾਅਦ MSH, ਮੈਲਾਨੋਸਾਈਟ ਸਟੀਮੂਲੇਟਿੰਗ ਹਾਰਮੋਨ, ਜੋ ਆਪਣੇ ਕੋਲ ਸਪੈਸੀਫਿਕ ਸੈਲਸ ਹੁੰਦੇ ਨੇ ਮੈਲਾਨੋਸਾਈਟਸ ਉਹਨਾਂ ਉੱਪਰ ਐਕਟ ਕਰਦਾ, ਅਤੇ ਇਹ ਇੱਕ ਤਰ੍ਹਾਂ ਦੀ ਪਿਗਮੈਂਟ ਰਿਲੀਜ਼ ਕਰਦੇ ਨੇ ਮੈਲਾਨਿਨ, ਅਤੇ ਉਹ ਆਪਣੀ ਪੂਰੀ ਬੋਡੀ ਦੇ ਵਿੱਚ ਡਿਸਟਰੀਬਿਊਟ ਹੋ ਜਾਂਦੇ, ਜੋ ਆਪਣੀ ਸਕਿਨ ਕਲਰ ਨੂੰ ਕੀ ਕਰਦੀ ਹੈ, ਡਿਫਾਈਨ ਕਰਦੀ ਆ। ਆਪਣੇ ਕੋਲ ਪ੍ਰੋਲੈਕਟਿਨ ਆ ਗਿਆ, ਜੋ ਮੈਮਰੀ ਗਲੈਂਡਸ ਉੱਪਰ ਐਕਟ ਕਰਦਾ, ਉਹਦਾ ਟਾਰਗੇਟ ਹੁੰਦਾ। ਐਂਡ ਇਹਦੇ ਦੋ ਤਰ੍ਹਾਂ ਦਾ ਕੰਮ ਕਰਦਾ ਜਿਹੜਾ ਪ੍ਰੋਲੈਕਟਿਨ ਹੁੰਦਾ, PRL। ਇੱਕ ਇਹ ਮੈਮੋਟ੍ਰੋਫਿਕ ਹੁੰਦਾ, ਇੱਕ ਇਲੈਕਟ੍ਰੋਜੈਨਿਕ ਹੁੰਦਾ। ਮੈਮੋਟ੍ਰੋਫਿਕ ਭਾਵੇਂ ਮੈਮਰੀ ਗਲੈਂਡਸ ਦੀ ਗਰੋਥ ਕਰਦਾ, ਇਲੈਕਟ੍ਰੋਜੈਨਿਕ ਭਾਵੇਂ ਮਿਲਕ ਦੀ ਸਿੰਥਸਿਸ ਕਰਦਾ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ, TH ਭਾਵ ਥਾਇਰੋਇਡ ਸਟੀਮੂਲੇਟਿੰਗ ਹਾਰਮੋਨ, ਜਿਹਨੂੰ ਆਪਾਂ ਥਾਇਰੋਇਡ ਗਲੈਂਡ ਕਹਿ ਦਿੰਦੇ ਹਾਂ। ਐਂਡ ਇਹ ਥਾਇਰੋਇਡ ਹਾਰਮੋਨ ਦੀ ਕੀ ਕਰਦਾ, ਸੈਕ੍ਰੀਸ਼ਨ ਕਰਦਾ। ACTH ਦੇ ਨਾਮ ਦੇ ਵਿੱਚ ਸਾਰਾ ਕੁਝ ਛਿਪਿਆ, ਦੈਟ ਇਜ਼ ਐਡਰੀਨੋ ਕੋਰਟੀਕੋਟ੍ਰੋਪਿਕ ਹਾਰਮੋਨ। ਐਡਰੀਨੋ ਤੋਂ ਭਾਵੇਂ ਦਾ ਟਾਰਗੇਟ ਕੀ ਹੈ, ਐਡਰੀਨਲ ਗਲੈਂਡ, ਜੋ ਆਪਣੇ ਕੋਲ ਕਿਡਨੀਜ਼ ਦੇ ਉੱਪਰ ਐਡਰੀਨਲ ਗਲੈਂਡ ਪ੍ਰੈਜ਼ੈਂਟ ਹੁੰਦਾ, ਉਹਦੇ ਉੱਪਰ ਐਕਟ ਕਰਦਾ। ਇਹਦਾ ਟਾਰਗੇਟ ਉਹ ਹੁੰਦਾ। ਅਤੇ ਕੋਰਟੀਕੋਇਡਸ ਇਹਨੇ ਰਿਲੀਜ਼ ਕਰਾਉਣੇ ਹੁੰਦੇ ਨੇ। ਐਡਰੀਨੋ ਤੋਂ ਭਾਵ ਐਡਰੀਨਲ ਗਲੈਂਡ, ਐਂਡ ਕੋਰਟੀਕੋਇਡ ਤੋਂ ਭਾਵ ਇਹਨੇ ਕੀ ਰਿਲੀਜ਼ ਕਰਾਉਣੇ ਹੁੰਦੇ ਨੇ, ਕੋਰਟੀਕੋਇਡਸ। ਗੱਲ ਆ ਗਈ ਸਮਝ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ FSH ਅਤੇ LH, ਠੀਕ ਹੈ। FSH ਹੁੰਦਾ ਫੋਲੀਕਲ ਸਟੀਮੂਲੇਟਿੰਗ ਹਾਰਮੋਨ, ਐਂਡ LH ਹੁੰਦਾ ਲਿਊਟੇਨਾਈਜ਼ਿੰਗ ਹਾਰਮੋਨ। ਹੁਣ ਜਿਹੜੇ ਆਪਾਂ ਉੱਪਰ 5 ਹਾਰਮੋਨਸ ਪੜ੍ਹ ਕੇ ਆਏ, ਉਹ ਆਪਣੇ ਕੋਲ ਮੇਲ ਫੀਮੇਲਸ ਦੋਨਾਂ ਦੇ ਵਿੱਚ ਹੁੰਦੇ ਨੇ, ਅਤੇ ਉਹਨਾਂ ਦਾ ਸੇਮ ਫੰਕਸ਼ਨ ਹੁੰਦਾ ਦੋਨਾਂ ਮੇਲਸ ਅਤੇ ਫੀਮੇਲ ਦੇ ਵਿੱਚ। ਬਟ ਜਿਹੜਾ ਫੋਲੀਕਲ ਸਟੀਮੂਲੇਟਿੰਗ ਹਾਰਮੋਨ ਹੁੰਦਾ, ਦੋਨਾਂ ਫੀਮੇਲਸ ਦੇ ਮੇਲਸ ਅਤੇ ਫੀਮੇਲਸ ਦੇ ਵਿੱਚ ਹੁੰਦਾ, ਬਟ ਇਹਨਾਂ ਦਾ ਫੰਕਸ਼ਨ ਅਲੱਗ-ਅਲੱਗ ਹੁੰਦਾ। ਮੇਲ ਦੇ ਵਿੱਚ ਅਲੱਗ ਹੁੰਦਾ, ਫੀਮੇਲ ਦੇ ਵਿੱਚ ਅਲੱਗ ਹੁੰਦਾ। ਫੀਮੇਲ ਦੇ ਵਿੱਚ ਇਹਦਾ ਟਾਰਗੇਟ ਹੁੰਦਾ ਓਵਰੀ, ਐਂਡ ਮੇਲਸ ਦੇ ਵਿੱਚ ਇਹਦਾ ਟਾਰਗੇਟ ਆਰਗਨ ਹੁੰਦਾ ਟੈਸਟਿਸ। ਅਤੇ ਓਵਰੀ ਦੇ ਵਿੱਚ ਜਾ ਕੇ ਇਹ ਕੀ ਕਰਾਉਂਦਾ, ਓਵੇਰੀਅਨ ਫੋਲੀਕਲਸ ਦੀ ਗਰੋਥ ਕਰਾਉਂਦਾ। ਦੂਜੇ ਪਾਸੇ ਟੈਸਟਿਸ ਵਿੱਚ ਜਾ ਕੇ ਸਪਰਮੈਟੋਜੈਨਸਿਸ ਤੋਂ ਭਾਵ ਸਪਰਮਸ ਦੀ ਫਾਰਮੇਸ਼ਨ ਕਰਾਉਂਦਾ। ਐਂਡ ਲਾਸਟ ਹਾਰਮੋਨ ਲਿਊਟੇਨਾਈਜ਼ਿੰਗ ਹਾਰਮੋਨ, ਆਪਣਾ ਇਹਦਾ ਟਾਰਗੇਟ ਆਰਗਨ ਉਵੇਂ FSH ਵਾਂਗੂ ਫੀਮੇਲਸ ਦੇ ਵਿੱਚ ਓਵਰੀ ਹੁੰਦਾ, ਐਂਡ ਮੇਲਸ ਵਿੱਚ ਕਿਹੜਾ ਟਾਰਗੇਟ ਆਰਗਨ ਹੁੰਦਾ ਇਹਦਾ, ਟੈਸਟਿਸ। ਓਵਰੀਜ਼ ਦੇ ਵਿੱਚ ਕੀ ਕਰਦਾ ਹੈ, ਆਪਣੇ ਕੋਲ ਮੈਚਿਓਰ ਗ੍ਰੈਫਿਨ ਫੋਲੀਕਲ ਨੂੰ ਕੀ ਕਰਦਾ, ਰਪਚਰ ਕਰਾਉਂਦਾ ਅਤੇ ਓਵੂਲੇਸ਼ਨ ਕਰਾਉਂਦਾ, ਅਤੇ ਫਿਰ ਆਪਣੇ ਕੋਲ ਓਵਾ ਬਾਹਰ ਆ ਜਾਂਦਾ, ਅਤੇ ਆਪਣੇ ਕੋਲ ਕਾਰਪਸ ਲੂਟੀਅਮ ਕੀ ਕਰਦਾ, ਫਾਰਮ ਕਰਦਾ, ਜੋ ਆਪਣੇ ਕੋਲ ਜਿਹੜਾ ਬਚਿਆ ਕੁਚਿਆ ਰਹਿੰਦਾ ਮੈਚਿਓਰ ਗ੍ਰੈਫਿਨ ਫੋਲੀਕਲ ਦਾ, ਉਹ ਤੋਂ ਆਪਣੇ ਕੋਲ ਕੀ ਡਿਵੈਲਪ ਹੋ ਜਾਂਦਾ, ਕਾਰਪਸ ਲੂਟੀਅਮ ਡਿਵੈਲਪ ਹੋ ਜਾਂਦਾ। ਅਤੇ ਮੇਲਸ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਭੁੱਲ ਗਈ ਕਿ ਮੇਲਸ ਦੇ ਵਿੱਚ ਨਾ ਜਿਹੜਾ ਆਪਣੇ ਕੋਲ LH ਹੈ, ਇਹਨੂੰ ਆਪਾਂ ICSH ਵੀ ਕਹਿ ਦਿੰਦੇ ਹਾਂ, ਦੈਟ ਇਜ਼ ਇੰਟਰਸਟੀਸ਼ੀਅਲ ਸੈਲ ਸਟੀਮੂਲੇਟਿੰਗ ਹਾਰਮੋਨ। ਕੀ ਕਹਿੰਦੇ ਨੇ, ਇੰਟਰਸਟੀਸ਼ੀਅਲ ਸੈਲ ਸਟੀਮੂਲੇਟਿੰਗ ਹਾਰਮੋਨ। ਇੰਟਰਸਟੀਸ਼ੀਅਲ ਸੈਲਸ ਨੂੰ ਹੀ ਲੇਡਿੰਗ ਸੈਲਸ ਕਹਿੰਦੇ ਆ, ਭਾਵ ਇਹ ਜਿਹੜਾ LH ਆ, ਇਹ ਲੇਡਿੰਗ ਸੈਲਸ ਨੂੰ ਸਟੀਮੂਲੇਟ ਕਰਦਾ ਅਤੇ ਕੀ ਪ੍ਰੋਡਿਊਸ ਕਰਵਾਉਂਦਾ, ਐਂਡਰੋਜਨਸ ਪ੍ਰੋਡਿਊਸ ਕਰਾਉਂਦਾ। ਐਂਡਰੋਜਨਸ ਕੀ, ਟੈਸਟੋਸਟੈਰੋਨ ਇੱਕ ਟਾਈਪ ਦਾ ਐਂਡਰੋਜਨ ਹੀ ਆ। ਮਤਲਬ ਜਿਹੜਾ ਆਪਣੇ ਕੋਲ ਲਿਊਟੇਨਾਈਜ਼ਿੰਗ ਹਾਰਮੋਨ ਆ, ਲੇਡਿੰਗ ਸੈਲਸ ਭਾਵ ਇੰਟਰਸਟੀਸ਼ੀਅਲ ਸੈਲਸ 'ਤੇ ਕੀ ਕਰੂਗਾ, ਐਕਟ ਕਰੂਗਾ, ਅਤੇ ਆਪਣੇ ਕੋਲ ਐਂਡਰੋਜਨਸ ਔਰ ਟੈਸਟੋਸਟੈਰੋਨ ਕੀ ਕਰਾਊਗਾ, ਰਿਲੀਜ਼ ਕਰਾਊਗਾ। ਇੱਥੇ ਆਪਣੇ ਸਾਰੇ ਹਾਰਮੋਨਸ ਖਤਮ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਗਰੋਥ ਹਾਰਮੋਨਸ ਦੇ ਡਿਸਆਰਡਰਸ ਬਾਰੇ, ਠੀਕ ਹੈ। ਹੁਣ ਆਪਾਂ ਨੂੰ ਇਹਨਾਂ ਦੇ ਡਿਸਆਰਡਰਸ ਕੀ ਕਹਿੰਦੇ ਨੇ, ਇਹਨਾਂ ਦੇ ਡਿਸਆਰਡਰਸ ਕਹਿੰਦੇ ਨੇ ਗਰੋਥ ਹਾਰਮੋਨ ਦੇ, ਕਿ ਆਪਣੇ ਕੋਲ ਇੱਕ ਹਾਈਪੋਸਿਕ੍ਰੀਸ਼ਨ ਕਰਕੇ ਡਿਸਆਰਡਰ ਹੋ ਸਕਦੇ ਆ, ਹਾਈਪਰ ਸਿਕ੍ਰੀਸ਼ਨ ਕਰਕੇ।
ਹਾਈਪੋਸੈਕ੍ਰੀਸ਼ਨ ਕੀ ਜਾਂ ਤਾਂ ਡਿਵੋਫਿਜ਼ਮ ਹੋ ਸਕਦਾ ਜਾਂ ਐਕਰੋਮੀਕਰੀਆ ਹੋ ਸਕਦਾ। ਐਂਡ ਹਾਈਪਰ ਸਿਕ੍ਰੀਸ਼ਨ ਕਰਕੇ ਮਤਲਬ ਜ਼ਿਆਦਾ ਸਿਕ੍ਰੀਸ਼ਨ ਹੋਣੀ, ਹਾਈਪੋ ਮਤਲਬ ਘੱਟ ਸਿਕ੍ਰੀਸ਼ਨ ਹੋਣੀ। ਹਾਈਪਰ ਸਿਕ੍ਰੀਸ਼ਨ ਦੇ ਵਿੱਚ ਜੈਂਟਿਜ਼ਮ ਹੋ ਜਾਂਦਾ ਅਤੇ ਐਕਰੋਮੀਗੈਲੀਆ ਹੋ ਜਾਂਦਾ। ਡਿਵੋਫਿਜ਼ਮ ਆਪਣੇ ਕੋਲ ਬਿਫੋਰ ਪਿਬਰਟੀ ਹੁੰਦਾ, ਐਕਰੋਮੀਕਰੀ ਆਪਣੇ ਕੋਲ ਆਫਟਰ ਪਿਬਰਟੀ ਹੁੰਦਾ। ਡਿਵੋਫਿਜ਼ਮ ਜੋ ਕੋਈ ਬੌਣਾ ਰਹਿੰਦਾ ਮਤਲਬ ਉਹਦੀ ਓਵਰਆਲ ਹਾਈਟ ਕੀ ਰਹਿੰਦੀ ਹੈ, ਛੋਟੀ ਰਹਿੰਦੀ, ਜਿਹਨੂੰ ਆਪਾਂ ਮਿਡਗਟਸ ਕਹਿ ਦਿੰਦੇ ਹਾਂ। ਕੀ ਕਹਿੰਦੇ ਹਾਂ? ਮਿਡਗਟਸ, ਜਿਹਨੂੰ ਆਪਾਂ ਬੌਣਾ ਕਹਿ ਦਿੰਦੇ ਹਾਂ। ਐਂਡ ਐਕਰੋਮੀਕਰੀਆ ਜੋ ਆਪਣੇ ਕੋਲ ਪਿਬਰਟੀ ਤੋਂ ਬਾਅਦ ਹੁੰਦਾ, ਉਹਦੇ ਵਿੱਚ ਆਪਣੇ ਕੋਲ ਸਪੈਸੀਫਿਕ ਬੋਡੀ ਪਾਰਟ ਛੋਟੇ ਰਹਿੰਦੇ, ਆਪਣੇ ਕੋਲ ਹੱਥ, ਆਪਣੇ ਪੈਰ, ਹੈਂਡ, ਫੀਟ, ਠੀਕ ਹੈ। ਐਂਡ ਦੂਜੇ ਪਾਸੇ ਹਾਈਪੋਸਿਕ੍ਰੀਸ਼ਨ ਦੇ ਵਿੱਚ ਆਪਣੇ ਕੋਲ ਇੱਕ ਜੈਂਟਿਜ਼ਮ ਆਉਂਦਾ, ਇੱਕ ਐਕਰੋਮੀਗੈਲੀ ਆਉਂਦਾ। ਜੈਂਟਿਜ਼ਮ ਆਪਣੇ ਕੋਲ ਪਿਬਰਟੀ ਤੋਂ ਪਹਿਲਾਂ ਹੁੰਦਾ। ਗ੍ਰੇਟ ਖਲੀ ਐਗਜ਼ਾਮਪਲ ਹੈ ਇਹਦੀ, ਠੀਕ ਹੈ। ਖਲੀ ਸਾਹਿਬ ਜੀ ਦੀ ਐਗਜ਼ਾਮਪਲ ਆ ਕਿ ਆਪਣੇ ਕੋਲ ਕੀ ਹੁੰਦਾ, ਉਹਦੀ ਓਵਰਆਲ ਹਾਈਟ ਕੀ ਬਹੁਤ ਵੱਡੀ ਆ। ਆਪਣੇ ਕੋਲ ਓਵਰਆਲ ਹਾਈਟ ਕਿਉਂ ਹੁੰਦੀ? ਜ਼ਿਆਦਾ ਹੋ ਜਾਂਦੀ ਕਿਉਂਕਿ ਆਪਣੇ ਕੋਲ ਕੀ ਹੁੰਦੀ, ਗਰੋਥ ਹਾਰਮੋਨ, ਉਹਦੀ ਹਾਈਪਰ ਸਿਕ੍ਰੀਸ਼ਨ ਹੋ ਜਾਂਦੀ ਹੈ, ਮਤਲਬ ਜ਼ਿਆਦਾ ਸਿਕ੍ਰੀਸ਼ਨ ਹੋ ਜਾਂਦੀ ਆ, ਠੀਕ ਹੈ। ਦੂਜੇ ਪਾਸੇ ਐਕਰੋਮੀਗੈਲੀ ਆਪਣੇ ਕੋਲ ਆਫਟਰ ਪਿਬਰਟੀ ਹੁੰਦਾ ਅਤੇ ਇਹਦੇ 'ਚ ਆਪਣੇ ਕੋਲ ਸਪੈਸੀਫਿਕ ਬੋਡੀ ਪਾਰਟਸ ਦੀ ਗਰੋਥ ਜ਼ਿਆਦਾ ਹੋ ਜਾਂਦੀ, ਜਿਵੇਂ ਆਪਣੇ ਕੋਲ ਹੱਥ ਦੀ, ਫੀਟ ਦੀ, ਜੌ ਦੀ, ਹੈ ਨਾ। ਸਪੈਸੀਫਿਕ ਬੋਡੀ ਪਾਰਟਸ ਦੀ ਆਪਣੇ ਕੋਲ ਇਨਲਾਰਜਮੈਂਟ ਹੋ ਜੇ। ਐਂਡ ਇਹਦੇ ਕਰਕੇ ਆਪਣੇ ਕੋਲ ਕੀ ਹੁੰਦੀ ਆ, ਪ੍ਰੀ ਮੈਚੋਰ ਡੈਥ ਵੀ ਹੋ ਸਕਦੀ ਹੈ। ਐਕਰੋਮੀਗੈਲੀ ਦੇ ਵਿੱਚ ਆਪਣੇ ਕੋਲ ਪ੍ਰੀ ਮੈਚੋਰ ਡੈਥ ਵੀ ਹੋ ਸਕਦੀ ਹੈ। ਸੋ ਆਲ ਅਬਾਊਟ ਦਿਸ ਮੈਂ ਤੁਹਾਨੂੰ ਪੀਟਿਊਟਰੀ ਗਲੈਂਡ ਪੂਰਾ ਚੰਗੀ ਤਰੀਕੇ ਨਾਲ ਸਮਝਾਤਾ ਹੋਊਗਾ, ਤੁਹਾਨੂੰ ਪੂਰਾ ਤੁਹਾਡੀ ਟਿਪਸ 'ਤੇ ਹੋ ਚੁੱਕਿਆ ਹੋਏਗਾ। ਆਈ ਵਿਲ ਮੀਟ ਯੂ ਇਨ ਨੈਕਸਟ ਵੀਡੀਓ। Till then, stay safe, stay happy. Goodbye.